ਅਸੀਂ ਪੜ੍ਹੇ ਹਾਂ, ਬੀਐਡ ਕੀਤੀ ਹੈ, ਡਬਲ ਐਮਏ ਕੀਤੀ ਹੈ, ਐਮਐਡ ਕੀਤੀ ਹੈ, ਟੈਟ ਪਾਸ ਕੀਤਾ। ਅਸੀਂ ਇੱਕ ਅਧਿਆਪਕ ਦੀ ਯੋਗਤਾ ਦੇ ਵਿੱਚ ਆ ਗਏ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੀ ਯੋਗਤਾ ਦੇ ਅਨੁਸਾਰ ਹੀ ਕੋਈ ਮਤਲਬ ਰੁਜ਼ਗਾਰ ਮਿਲੇ। ਕਹਿੰਦਾ ਸੱਚੇ ਬੰਦੇ ਨਾਲ ਖੜੇ ਕੋਈ ਨਾ, ਝੂਠੇ ਨਾਲ ਲੈ ਜਾਂਦੇ ਭਰ ਕੇ ਟਰਾਲੀਆਂ। ਨੋਟ ਹੀ ਨੇ ਸਭ ਕੁਝ ਹੋਏ ਮਿੱਤਰੋ, ਜਿਹੜੇ ਢੱਕ ਦਿੰਦੇ ਕਰਤੂਤਾਂ ਕਾਲੀਆਂ। ਭਾਈਆਂ ਦਾ ਪਿਆਰ ਹੁਣ ਅਲੋਪ ਹੋ ਗਿਆ, ਈਰਖਾ 'ਚ ਹਿੱਕ ਤੇ ਬਰੋਟੇ ਗੱਡਦੇ। ਪਿੰਡੋਂ ਸੀ ਲੈ ਕੇ ਸਿਆਣੇ ਸਮਝ ਕੇ, ਥਾਣੇ 'ਚ ਇੱਜ਼ਤ ਰਲਾ ਕੇ ਵੇਖੇ ਦੰਦ ਕੱਢਦੇ। ਨਵੇਂ ਬਣੇ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਦਾ, ਉੱਥੇ ਇੱਕ ਆਪਦਾ ਮਤਲਬ ਆਪਣਾ ਰੋਸ ਮੁਜ਼ਾਹਰਾ ਕੀਤਾ ਸੀ। ਉੱਥੇ ਵੀ ਸਾਡੀ ਇਹੀ ਮੰਗ ਸੀਗੀ ਕਿ ਮਤਲਬ ਸਾਡੀਆਂ ਪੋਸਟਾਂ ਦੇ ਵਿੱਚ ਵਾਧਾ ਕੀਤਾ ਜਾਵੇ, SST ਪੰਜਾਬੀ ਹਿੰਦੀ ਦੇ ਵਿੱਚ, ਅਤੇ ਇਹ ਪੇਪਰ ਜਿਹੜਾ ਜਲਦੀ ਲਿਆ ਜਾਵੇ। ਉੱਥੇ ਵੀ ਮਤਲਬ ਸਾਡੇ ਨਾਲ ਵਧੀਆ ਸੇਵਾ ਪਾਣੀ ਕੀਤਾ ਗਿਆ ਸਾਡਾ ਨਵੀਂ ਸਰਕਾਰ ਵੱਲੋਂ, ਅਤੇ ਸਾਡੀ ਇਹੀ ਮੰਗ ਸੀਗੀ। ਅਤੇ ਪੋਸਟਾਂ ਕੱਢ ਨਹੀਂ ਰਹੇ ਅਤੇ ਲਾਰੇ ਲੱਗ ਰਹੇ ਨੇ। ਸੇਵਾ ਪਾਣੀ ਦੀ ਗੱਲ ਕਰੀਏ ਤੁਸੀਂ ਨੇ, ਤਾਂ ਹੁਣ ਕੀ ਲੱਗਦਾ, ਉਮੀਦ ਹੈ ਕੋਈ ਨਵੀਂ ਸਰਕਾਰ ਤੋਂ ਲੱਡੂ ਜਾਂ ਫਿਰ ਡਾਂਗਾ? ਹਜੇ ਤਾਂ ਭਰਾ ਡਾਂਗਾ ਹੀ ਖਾ ਰਹੇ ਹਾਂ, ਜਦੋਂ ਲੱਡੂ ਖਵਾਵਾਂਗੇ ਤੁਹਾਨੂੰ ਦੱਸਾਂਗੇ। ਜਦੋਂ ਇੱਕ ਆਪਾਂ ਜੰਗ ਲੜਦੇ ਹਾਂ ਕੋਈ ਕਿਸੇ ਸਰਕਾਰ ਦੇ ਨਾਲ, ਕਿਸੇ ਆਮ ਬੰਦੇ ਦੇ ਨਾਲ, ਕਿ ਇੱਕ ਟੀਚਰ ਐਜ਼ ਅ ਟੀਚਰ ਜਿਹੜਾ ਟੀਚਰ ਹੁੰਦਾ ਨਾ, ਉਹ ਬੜਾ ਠੰਡੇ ਸੁਭਾਅ ਦਾ ਹੁੰਦਾ, ਫਿਰ ਉਸ ਦਾ ਕਰੋਧ ਵੀ ਆਉਂਦਾ ਹੋਊਗਾ। ਉਹ ਕਿੱਦਾਂ ਦਾ ਸੁਭਾਅ ਰੱਖਦਾ? ਕਿਸੇ ਵੀ ਵਿਅਕਤੀ ਦਾ ਸੁਭਾਅ ਉਦੋਂ ਤੱਕ ਠੰਡਾ ਰਹਿੰਦਾ ਜਦੋਂ ਤੱਕ ਉਸ ਦਾ ਸੁਭਾਅ ਠੰਡਾ ਰੱਖਿਆ ਜਾਂਦਾ। ਜਦੋਂ ਸਾਹਮਣੇ ਵਾਲਾ ਗਰਮਾਇਆ ਹੁੰਦਾ ਤਾਂ ਫਿਰ ਟੀਚਰ ਨੂੰ ਵੀ ਉਸ, ਜਾਂ ਕੋਈ ਵੀ ਆ, ਜ਼ਰੂਰੀ ਨਹੀਂ ਵੀ ਟੀਚਰ, ਫਿਰ ਸਾਹਮਣੇ ਵਾਲੇ ਨੂੰ ਵੀ ਉੱਦਾਂ ਦਾ ਹੋਣਾ ਪੈਂਦਾ। ਸ਼ੇਰੋਂ ਵਾਲਾ ਮੱਖਣ ਵੀ ਸੱਚ ਲਿਖਦਾ, ਮਜ਼ਦੂਰ ਮੰਗੇ ਮਿਹਨਤ ਤਾਂ ਹਾੜੇ ਨਹੀਂ ਹੁੰਦੇ। ਥਾਂ ਥਾਂ 'ਤੇ ਦੇਈਏ ਨਾ ਭੇਤ ਦਿਲ ਦਾ, ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ। ਥਾਂ ਥਾਂ 'ਤੇ ਦੇਈਏ ਨਾ ਭੇਤ ਦਿਲ ਦਾ, ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ। ਸਾਨੂੰ ਆਟਾ ਦਾਲ ਵਾਲੀ ਸਕੀਮ ਦੇ ਵਿੱਚ ਨਾ ਉਲਝਾਇਆ ਜਾਵੇ, ਅਸੀਂ ਭਿਖਾਰੀ ਨਹੀਂ ਬਣਨਾ। ਕੋਈ ਸ਼ੌਂਕ ਨਹੀਂ ਹੈਗਾ ਵੀ ਉਹਨਾਂ ਨੂੰ ਕਣਕ ਮਿਲਦੀ ਆ, ਫਰੀ ਦੀ ਮਿਲਦੀ ਆ। ਉਹ ਕੋਟੇ ਵਾਲੇ ਨੇ, ਕੋਟੇ ਵਾਲੇ ਕਹਿ ਕੇ ਜੀਭ ਅੰਦਰ ਵੜ ਜਾਂਦੀ ਆ, ਪਰ ਕਦੇ ਕੋਟੇ ਵਾਲਿਆਂ ਨੂੰ ਪੁੱਛਿਆ ਵੀ ਕਿਹੜੇ ਹਾਲਾਤਾਂ ਦੇ ਵਿੱਚ ਉਹ ਪੜ੍ਹੇ ਨੇ ਅਤੇ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਉਹ ਖੜ੍ਹੇ ਨੇ। ਇੱਕ ਨਹੀਂ ਦੋ ਨਹੀਂ ਨਾ ਹੋਵੇ ਗਿਣਤੀ, ਮਸਲੇ ਤੇ ਚੜ੍ਹਿਆ ਪਿਆ। ਰਿਸ਼ਤਿਆਂ ਨੂੰ ਇਮਾਨਦਾਰੀ ਵਾਂਗ ਅੱਗ ਲੱਗ ਗਈ, ਮੁੰਡਾ ਭੂਆ ਦੀ ਕੁੜੀ ਦੇ ਨਾਲ ਫੜਿਆ ਗਿਆ। ਅਸੀਂ ਕਿਸੇ ਦੀ ਚਾਪਲੂਸੀਆਂ ਕਰਕੇ ਨਹੀਂ ਜ਼ਿੰਦਗੀ ਜਿਉਣੀ, ਨਾ ਕਿਸੇ ਦੇ ਸਿਰ ਤਲੇ ਚੱਟ ਕੇ ਜਿਉਣੇ, ਨਾ ਸਾਨੂੰ ਭਿਖਾਰੀ ਬਣਨ ਦੀ ਲੋੜ ਹੈ। ਸਾਨੂੰ ਬਣਦਾ ਰੁਜ਼ਗਾਰ ਦਿੱਤਾ ਜਾਵੇ, ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਦਿੱਤਾ ਜਾਵੇ, ਜਿੰਨੀ ਕਿ ਸਾਡੀ ਯੋਗਤਾ। ਆਪਣੀ ਮੰਜ਼ਿਲ ਨੂੰ ਤੁਰੇ ਚੱਲੋ, ਪਰਵਾਹ ਨਾ ਕਰੋ। ਹਾਥੀ ਲੰਘ ਜਾਂਦਾ, ਕੁੱਤੇ ਹਟ ਜਾਂਦੇ ਭੌਂਕ ਕੇ। ਮਜ਼ਦੂਰਾਂ ਦੀ ਰੋਟੀ ਦਾ ਬਾਈਕਾਟ ਕਰਕੇ ਲੰਗਰ ਛਕਾਉਂਦੇ ਵੇਖੇ ਰੋਕ ਕੇ। ਚਸਕਾ TV ਦੇਖ ਰਹੇ ਹੋ ਤੁਸੀਂ, ਤੇ ਹਰ ਵਾਰ ਕੋਸ਼ਿਸ਼ ਕਰਦੇ ਹਾਂ ਕੁਝ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਰਹੀਏ, ਚੰਗੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹੀਏ। ਅੱਜ ਇੱਕ ਨੌਜਵਾਨ ਮਿਲਵਾਵਾਂਗੇ। ਵੈਸੇ ਤਾਂ ਸੋਸ਼ਲ ਮੀਡੀਆ ਤੇ ਤੁਸੀਂ ਉਸ ਬਾਰੇ ਬਹੁਤ ਸਾਰੀਆਂ ਚੀਜ਼ਾਂ ਦੇਖ ਚੁੱਕੇ ਹੋ, ਕਿਉਂਕਿ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਹੈ, ਪੜ੍ਹਾਈ ਵੀ ਬਹੁਤ ਹੈ, ਪੜ੍ਹਾਈ ਕਰਨ ਵਾਲੇ ਵੀ ਬਹੁਤ ਨੇ, ਪਰ ਰੁਜ਼ਗਾਰ ਦੇਣ ਵਾਲੇ ਨਹੀਂ ਹੈਗੇ। ਬਹੁਤ ਸਾਰੀ ਇੰਟਰਵਿਊਜ਼ ਬਾਈ ਦੀਆਂ ਇੱਦਾਂ ਦੀਆਂ ਹੋਈਆਂ ਨੇ, ਜਿਸ ਵਿੱਚ ਤੁਸੀਂ ਨੇ ਬਾਈ ਨੂੰ ਸੰਘਰਸ਼ੀ ਲੜਾਈਆਂ ਲੜਦੇ ਹੋਏ ਜਾਂ ਆਪਣੇ ਹੱਕ ਮੰਗਦੇ ਹੋਏ ਨਜ਼ਰ ਆਉਂਦੇ ਹੋਣਗੇ। ਪਰ ਅੱਜ ਆਪਾਂ ਬਾਈ ਦੀ ਕਿਸੇ ਸੰਘਰਸ਼ ਜਾਂ ਕਿਸੇ ਅੰਦੋਲਨ ਦੇ ਲਈ ਮੁਲਾਕਾਤ ਨਹੀਂ ਕਰਵਾਉਣ ਆਏ। ਅੱਜ ਆਪਾਂ ਬਾਈ ਨਾਲ ਗੱਲਬਾਤ ਕਰਨ ਆਏ ਹਾਂ। ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਵੀ ਨੇ। ਬਾਈ ਦੀ ਕਿਤਾਬ ਆਈ ਹੈ ਹੁਣੇ, ਅਤੇ ਉਸ ਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਬਾਈ ਲਿਖਦੇ ਹੀ ਬੜਾ ਪਿਆਰਾ ਨੇ, ਉਹਨਾਂ ਦਾ ਗਾਣਾ ਆਇਆ ਸੀਗਾ। ਵੈਸੇ ਤਾਂ ਤੁਸੀਂ ਨੇ ਸੁਣਿਆ, ਪਰ ਆਪਾਂ ਬਾਈ ਦੇ ਮੂੰਹੋਂ ਵੀ ਸੁਣਨਾ ਚਾਹਾਂਗੇ ਅਤੇ ਕਿੱਦਾਂ ਦਾ ਬਾਈ ਲਿਖਦੇ ਨੇ, ਕਿੱਦਾਂ ਦਾ ਕਰਦੇ ਨੇ। ਜਿਨ੍ਹਾਂ ਦੀ ਮੈਂ ਗੱਲਬਾਤ ਕਰ ਰਿਹਾ ਉਸ ਨੌਜਵਾਨ ਦਾ ਨਾਮ ਹੈ ਮੱਖਣ ਸ਼ੇਰੋਂ ਵਾਲਾ। ਸੋ ਬਾਈ ਸਾਡੇ ਨਾਲ ਮੌਜੂਦ ਨੇ। ਬਾਈ ਆਓ ਜੀ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਸਰਕਾਰ ਨੇ ਨੌਕਰੀ ਦਿੱਤੀ? ਨਹੀਂ, ਸਾਡੇ ਸਾਹਮਣੇ ਅੱਜ ਨੌਕਰੀ ਹਜੇ ਦਿੱਤੀ ਨਹੀਂ। ਇਹ ਬੜੇ ਨੌਕਰੀ ਕਾਫੀ ਟਾਈਮ ਨਹੀਂ ਹੋ ਗਿਆ ਤੁਹਾਨੂੰ ਸੰਘਰਸ਼ ਲੜਦੇ ਨਹੀਂ ਯਾਰ? ਹਾਂਜੀ, ਸਾਨੂੰ 2017 ਤੋਂ ਲੱਗੇ। ਕੀ ਬਾਤ ਹੈ। ਹਾਂ, ਉਦੋਂ ਅਸੀਂ ਟੈਸਟ ਕਲੀਅਰ ਕੀਤਾ PTET ਦਾ, ਉਦੋਂ ਤੋਂ ਲੱਗੇ ਹੋਏ ਆਂਗੇ। ਲਗਾਤਾਰ ਖਾਸਾ ਲੰਬਾ ਹੋਈ ਜਾਂਦਾ ਮੈਨੂੰ ਲੱਗਦਾ ਕੰਮ, ਹੈ ਨਾ? ਨੌਕਰੀ ਦੇ ਨਾਲ ਕੋਈ ਹੈ ਹੀ ਨਹੀਂ। ਹਾਂ, ਉਦੋਂ ਲੰਮਾ ਸਮੇਂ ਹੋ ਗਿਆ, 5 ਸਾਲ ਹੋ ਗਏ ਪੂਰੇ। ਅੱਛਾ, 5 ਸਾਲ ਹੋ ਗਏ ਜੀ ਬਾਈ। ਵਾਹਿਗੁਰੂ ਕਰੇ ਜਲਦੀ ਨੌਕਰੀ ਮਿਲ ਜੇ। ਚਲੋ ਗੱਲਾਂ ਬਾਤਾਂ ਨੇ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਮੈਂ ਤੁਹਾਡੀ ਕਿਤਾਬ ਆਈ ਹੈ ਹੁਣੇ ਹੈ ਨਾ, ਉਸ ਦੇ ਬਾਰੇ ਵੀ ਜਾਣਾਂਗੇ। ਅਤੇ ਤੁਹਾਡਾ ਗਾਣਾ ਹੋਇਆ ਸੀ ਪਿਛਲੇ ਕੁਛ ਪਹਿਲਾਂ ਰਿਲੀਜ਼ ਹੋਇਆ ਸੀ ਸਮੇਂ ਪਹਿਲਾਂ, ਹੈ ਨਾ, ਤਾਂ ਉਹਦੇ ਬਾਰੇ ਵੀ ਜਾਣਾਂਗੇ। ਸਭ ਤੋਂ ਪਹਿਲਾਂ ਇਹ ਮਾਸਟਰੀ ਲਾਈਨ 'ਚ MA ਕੀਤੀ ਹੈ, MEd ਕੀਤੀ ਹੈ, BEd ਕਰਨ ਲੱਗੇ ਹੋਏ ਹੋ, ਟੈਟ ਵੀ ਕਲੀਅਰ ਹੈ। ਇਹ ਰਾਈਟਰ ਵੱਲ ਕਿੱਧਰ ਤੁਰ ਪਿਓ, ਕਿੱਧਰ ਲੇਖਕਾਰ ਬਣ ਗਏ ਹੋ? ਇਹ ਤਾਂ ਪੜ੍ਹਾਈ ਸੀ ਜਿਹੜੀ ਆਪਣੀ, ਇਹ ਬਾਅਦ ਦੇ ਵਿੱਚ ਸੀਗੀ। ਪਹਿਲਾਂ ਥੋੜ੍ਹਾ ਜਿਵੇਂ ਹਜੇ ਹਰ ਇੱਕ ਦੀ, ਜਿਸ ਦੀ ਵੀ ਲੇਖਕ ਦੀ ਜਾਂ ਕਲਾਕਾਰ ਦੀ ਆਪਾਂ ਤੁਸੀਂ ਇੰਟਰਵਿਊ ਲੈਂਦੇ ਜਾਂ ਆਪਾਂ ਇੰਟਰਵਿਊ ਸੁਣਦੇ ਹਾਂ, ਉਹਨਾਂ ਬਾਰੇ ਜਾਣਦੇ ਹਾਂ, ਤਾਂ ਉਹਨਾਂ ਦਾ ਹੀ ਹਰ ਇੱਕ ਦਾ ਹੀ ਇਹੀ ਹੁੰਦਾ, ਗੱਲਬਾਤ ਹੁੰਦੀ ਹੈ ਕਿ ਅਸੀਂ ਛੋਟੇ ਹੁੰਦੇ ਜਾਂ ਸਕੂਲ 'ਚ ਪੜ੍ਹਦੇ ਸਮੇਂ ਇਹ ਗੱਲਾਂ ਬਾਤਾਂ ਕਰਦੇ ਹੁੰਦੇ ਸੀ। ਉਹ ਹਰ ਇੱਕ ਦੇ ਹੀ ਹੁੰਦਾ, ਕੋਈ ਇਸ ਨੂੰ ਬਾਹਰ ਕੱਢ ਲੈਂਦਾ,
ਕੋਈ ਵਿੱਚ ਦੱਬ ਲੈਂਦਾ। ਕੋਈ ਅਜਿਹਾ ਨਹੀਂ ਵੀ ਜਿਹਨੂੰ ਰੁਚੀ ਨਾ ਹੋਵੇ ਲਿਖਣ ਦੀ ਜਾਂ ਗਾਉਣ ਦੀ, ਪਰ ਉਹ ਆਪਣੇ ਜਿਹੜੇ ਨਿਹਾ ਭਾਵ ਨੂੰ ਇੱਥੇ ਰੱਖ ਲੈਂਦਾ ਵੀ ਇਸੇ ਤਰ੍ਹਾਂ ਹੀ ਮੇਰਾ ਸੀਗਾ ਵੀ ਮਤਲਬ ਛੋਟੇ ਹੁੰਦੇ ਹੀ ਸਕੂਲ ਦੇ ਵਿੱਚ ਪੜ੍ਹਦੇ ਸੀ, ਉੱਥੇ ਇਸ ਤਰ੍ਹਾਂ ਲਿਖਦੇ ਸੀ ਜਾਂ ਉਦੋਂ ਚਾਅ ਚੜ੍ਹਦਾ ਹੁੰਦਾ ਸੀ ਵੀ ਜਦੋਂ ਕਿਸੇ ਦਾ ਗੀਤ ਸੁਣਦੇ ਸੀ ਤਾਂ ਉੱਥੇ ਐਵੇਂ ਹੁੰਦਾ ਸੀ ਵੀ ਇਸ ਜਗ੍ਹਾ 'ਤੇ ਮੇਰਾ ਵੀ ਐਵੇਂ ਜੀ ਹੋਵੇ। ਉੱਥੋਂ ਜੀ ਥੋੜ੍ਹਾ ਥੋੜ੍ਹਾ ਹੁੰਦਾ ਸੀਗਾ ਤੋਂ ਇੱਕ ਨਿਮਾਣੀ ਜੀ ਕੋਸ਼ਿਸ਼ ਸੀ ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ ਵਧੀਆ। ਸੋ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ, ਨਾਲੋਂ ਨਾਲ ਗਾਣਾ ਵੀ ਸੁਣਾਂਗੇ, ਹੈ ਨਾ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਜੋ ਕਿਤਾਬ ਦਾ ਪਹਿਲਾ ਪੰਨਾ ਪੜ੍ਹਿਆ ਸੀ ਉਸ 'ਤੇ ਲਿਖਿਆ ਸੀਗਾ ਮਾਂ ਪਿਓ ਨੂੰ ਸਮਰਪਣ ਅਤੇ ਭਰਾ ਨੂੰ ਸਮਰਪਣ। ਅੱਜ ਕੱਲ੍ਹ ਤਾਂ ਲੋਕ ਜੇ ਕੋਈ ਗਮ 'ਚ ਹੁੰਦਾ ਤਾਂ ਕੁੜੀਆਂ ਵਾਸਤੇ ਲਿਖਦੇ ਨੇ, ਮਿਹਣੇ ਤਾਨੇ ਲਿਖਦੇ ਨੇ, ਜਾਂ ਫਿਰ ਸਮਰਪਣ ਹੀ ਇਹੋ ਜਿਹੇ ਤਰੀਕੇ ਨਾਲ ਕਰਦੇ ਨੇ ਕਿ ਜੀ ਮੇਰਾ ਦਿਲ ਟੁੱਟ ਗਿਆ ਮੈਂ ਤਾਂ ਉਹਨੂੰ ਸਮਰਪਣ, ਨਾਮ ਵੀ ਨਹੀਂ ਲਿਖਿਆ ਹੁੰਦਾ। ਤੁਸੀਂ ਨੇ ਮਾਂ ਪਿਓ ਅਤੇ ਭਰਾ ਹੀ ਕਿਉਂ ਚੁਣੇ ਬਈ ਸਮਰਪਣ ਕਰਨ ਨੂੰ? ਅਤੇ ਜਿਨ੍ਹਾਂ ਦੀ ਬਦੌਲਤ ਆਪਾਂ ਕਿਸੇ ਖੇਤਰ ਦੇ ਵਿੱਚ ਨਾ ਪਹੁੰਚਦੇ ਹਾਂ ਜੀ ਬਿਲਕੁਲ, ਉਹਨਾਂ ਲਈ ਤਾਂ ਹੋਣਾ ਲਾਜ਼ਮੀ ਆ। ਮੇਰਾ ਇਹ ਚੁਣਨਾ ਇੱਕ ਵੱਖਰਾ ਸੀਗਾ ਨਾ ਵੀ ਜਿਹੜੇ ਸਾਡੇ ਹਾਲਾਤ ਸੀ ਅਤੇ ਉਹਨਾਂ ਹਾਲਾਤਾਂ 'ਚੋਂ ਇੱਥੇ ਤੱਕ ਪਹੁੰਚਣਾ ਮੁਸ਼ਕਿਲ ਸੀ, ਅਤੇ ਇਹ ਸਾਰੀ ਬਦੌਲਤ ਛੋਟੇ ਭਰਾ ਦੀ ਜਾਂ ਮੰਮੀ ਡੈਡੀ ਦੀ ਸੀ। ਅਤੇ ਜੇਕਰ ਆਪਾਂ ਸੋਚੀਏ ਜੇ ਉਸ ਟਾਈਮ ਮੈਂ ਪੜ੍ਹਾਈ ਕਰਦਾ ਸੀ, ਉੱਧਰੋਂ ਕੰਮ ਕਰਦੇ ਸੀ ਭੱਠੇ ਦਾ, ਜੇ ਉਹ ਕਹਿੰਦੇ ਹੁੰਦੇ ਵੀ ਤੂੰ ਸਾਡੇ ਨਾਲ ਹੀ ਰਹਿ ਅਤੇ ਛੋਟਾ ਕਹਿੰਦਾ ਵੀ ਉਰੇ ਰਹਿ ਤੂੰ ਕਿਉਂ ਪੜ੍ਹਨ ਜਾਂਦਾ ਜਦੋਂ ਮੈਂ ਨਹੀਂ ਪੜ੍ਹਨ ਜਾਂਦਾ, ਜੋ ਸ਼ਰੀਕਾ ਕਰਦਾ ਹੁੰਦਾ ਮੈਨੂੰ ਲੱਗਦਾ ਵੀ ਮੈਂ ਨਹੀਂ ਇੱਥੇ ਹੋਣਾ ਸੀ। ਕਿਉਂਕਿ ਹੋਰ ਵੀ ਬਹੁਤ ਅਜਿਹੇ ਨੇ ਜੋ ਇਸ ਸ਼ਰੀਕੇ ਦੀ ਭੇਟ ਚੜ੍ਹੇ ਹੋਏ ਨੇ, ਪਰ ਆਪਣੇ ਛੋਟੇ ਨੇ ਵੀ ਮੈਨੂੰ ਇਸ ਤਰ੍ਹਾਂ ਦਾ ਨਹੀਂ ਕੀਤਾ, ਉਸਨੇ ਆਪਦਾ ਡਟ ਕੇ ਕੰਮ ਕੀਤਾ ਅਤੇ ਮੈਂ ਇੱਧਰ ਪੜ੍ਹਾਈ ਦੇ ਵੱਲ ਸੀ। ਤਾਂ ਕਿਉਂਕਿ ਉਹਨਾਂ ਦੀ ਬਦੌਲਤ ਹੀ ਮੈਂ ਇਸ ਕਿਤਾਬ ਨੂੰ ਲਿਖਿਆ ਜਾਂ ਪੜ੍ਹਾਈ ਪੂਰੀ ਕੀਤੀ ਹੈ। ਮੈਂ ਚਾਹੂੰਗਾ ਬਾਈ 2 ਲਾਈਨਾਂ ਜਿਹੜਾ ਤੁਹਾਡਾ ਗਾਣਾ ਆਇਆ ਸੀਗਾ ਨਾ, ਰਾਜ ਦਿਲ ਦੇ ਭੇਤ ਦਿਲ ਦੇ ਮਾਫ ਕਰਨਾ ਨਾ, ਅਤੇ ਉਹਦੀਆਂ 2 ਲਾਈਨਾਂ ਹੋ ਜਾਣ, ਸਭ ਨੂੰ ਪਤਾ ਲੱਗ ਜਾਏ ਕਿ ਹਾਂ ਬਾਕੀ ਮੱਖਣ ਸ਼ੇਰੋਂ ਲਵੇ ਖੜ੍ਹੇ ਨੇ, ਕਿ ਉਹੀ ਤਾਂ ਨਹੀਂ ਕੋਈ ਫੜ ਕੇ ਖੜਾ ਲਿਆ ਕਿਤੇ ਮੁੰਡਾ। ਬੀਹੀ ਵਿਹੜੇ ਪੁੱਗਣ ਨਾ ਬਦਮਾਸ਼ੀਆਂ, ਨਾ ਹੀ ਸੋਗ ਵਾਲੇ ਘਰ ਵਿੱਚ ਹਾਸੀਆਂ, ਖੌਰੇ ਕਦੋਂ ਆਪਣਿਆਂ ਨੇ ਮਰ ਜਾਣਾ ਹੈ, ਖੜਕਾਈਏ ਨਾ ਵੈਰੀ ਮਰੇ ਤੋਂ ਗਲਾਸੀਆਂ। ਸ਼ੇਰੋਂ ਵਾਲਾ ਮੱਖਣ ਵੀ ਸੱਚ ਲਿਖਦਾ, ਮਜ਼ਦੂਰ ਮੰਗੇ ਮਿਹਨਤ ਤਾਂ ਹਾੜੇ ਨਹੀਂ ਹੁੰਦੇ, ਥਾਂ ਥਾਂ 'ਤੇ ਦੇਈਏ ਨਾ ਭੇਤ ਦਿਲ ਦਾ, ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ, ਥਾਂ ਥਾਂ 'ਤੇ ਦੇਈਏ ਨਾ ਭੇਤ ਦਿਲ ਦਾ, ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ। ਕੀ ਬਾਤ ਹੈ ਬਈ, ਬਹੁਤ ਵਧੀਆ ਲਿਖਿਆ, ਬਹੁਤ ਪਿਆਰਾ ਲਿਖਿਆ ਹੋਇਆ। ਮੈਨੂੰ ਇੱਕ ਗੱਲ ਦੱਸੋ, ਕਹਿੰਦੇ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ, ਕੀ ਵਾਪਰਿਆ ਐਸਾ ਜ਼ਿੰਦਗੀ ਦੇ ਵਿੱਚ? ਨਹੀਂ ਵਾਪਰਿਆ ਕੁਝ ਨਹੀਂ, ਮਤਲਬ ਜਿੱਦਾਂ ਦੇ ਆਪਾਂ ਆਲਾ ਦੁਆਲਾ ਦੇਖਦੇ ਨਾ, ਕਦੇ ਜਿਸ ਨੂੰ ਆਪਾਂ ਭੇਤ ਦੇ ਦਿੰਦੇ, ਕੋਈ ਵੀ ਆ, ਮੇਰੇ ਨਾਲ ਤਾਂ ਨਹੀਂ ਇਹੋ ਜਿਹੀ ਘਟਨਾ ਵਾਪਰੀ, ਕੋਈ ਵੀ ਆ ਕਿਸ ਨੂੰ ਭੇਤ ਦੇ ਦਿੰਦੇ ਆਪਾਂ, ਮਤਲਬ ਆ ਨੁਕਸਾਨ ਹੀ ਖਾਦਾ ਲਗਭਗ ਸਾਰੇ ਨਹੀਂ, ਵਿੱਚੋਂ ਕੁਝ ਛੱਡ ਕੇ ਅਜਿਹਾ ਹੀ ਹੁੰਦਾ ਜੀ। ਅਤੇ ਕਿਉਂਕਿ ਜੇ ਗੱਲ ਕਰੀਏ, ਕਿਉਂਕਿ ਮੈਨੂੰ ਜਦੋਂ ਗਾਣਾ ਮੈਂ ਸੁਣਿਆ ਅਤੇ ਮੈਨੂੰ ਪਤਾ ਸੀ ਮੱਖਣ ਬਾਈ ਲਵੇ ਜਾਣਾ, ਤਾਂ ਮੈਂ ਗਾਣਾ ਵੀ ਸੁਣਿਆ ਹੈ ਨਾ, ਤਾਂ ਮੈਨੂੰ ਲੱਗਿਆ ਸ਼ਾਇਦ ਉਹਨਾਂ ਹਾਲਾਤਾਂ 'ਤੇ ਲਿਖਿਆ ਹੋਊਗਾ ਬਾਈ ਨੇ, ਜਿਵੇਂ ਬਾਈ ਅੰਦੋਲਨ ਵਕਤ ਲੜਦਾ ਰਿਹਾ ਬਾਈ। ਜਦੋਂ ਇੱਕ ਆਪਾਂ ਜੰਗ ਲੜਦੇ ਹਾਂ ਹੈ ਨਾ, ਕੋਈ ਕਿਸੇ ਸਰਕਾਰ ਦੇ ਨਾਲ, ਕਿਸੇ ਆਮ ਬੰਦੇ ਦੇ ਨਾਲ, ਉਦੋਂ ਕਿੱਦਾਂ ਦਾ ਮਾਈਂਡ ਸੈਟਅਪ ਰੱਖਦੇ ਹੋ? ਕਿਉਂਕਿ ਇੱਕ ਟੀਚਰ ਐਜ਼ ਅ ਟੀਚਰ, ਜਿਹੜਾ ਟੀਚਰ ਹੁੰਦਾ ਨਾ ਉਹ ਬੜਾ ਠੰਡੇ ਸੁਭਾਅ ਦਾ ਹੁੰਦਾ, ਫਿਰ ਉਸ ਦਾ ਕਰੋਧ ਵੀ ਆਉਂਦਾ ਹੋਊਗਾ, ਉਹ ਕਿੱਦਾਂ ਦਾ ਸੁਭਾਅ ਰੱਖਦੇ ਹੋ ਕਿਸੇ ਜਗ੍ਹਾ 'ਤੇ ਜਦੋਂ ਧਰਨੇ ਰੈਲੀ 'ਤੇ ਜਾਂਦੇ, ਕਿਸੇ ਵੀ ਪਾਸੇ ਜਾਂਦੇ ਹੋ? ਹਾਂ, ਕਿਉਂਕਿ ਇੱਕ ਟੀਚਰ ਦਾ ਸੁਭਾਅ ਬੜਾ ਠੰਡਾ ਨਰਮ ਸੁਭਾਅ ਦਾ ਹੁੰਦਾ ਹੈ ਟੀਚਰ ਦਾ। ਕਿਸੇ ਵੀ ਵਿਅਕਤੀ ਦਾ ਸੁਭਾਅ ਉਦੋਂ ਤੱਕ ਠੰਡਾ ਰਹਿੰਦਾ ਜਦੋਂ ਤੱਕ ਉਸ ਦਾ ਸੁਭਾਅ ਠੰਡਾ ਰੱਖਿਆ ਜਾਂਦਾ। ਜਦੋਂ ਸਾਹਮਣੇ ਵਾਲਾ ਗਰਮਾਇਆ ਹੁੰਦਾ ਤਾਂ ਫਿਰ ਟੀਚਰ ਨੂੰ ਵੀ ਉਸ ਜਾਂ ਕੋਈ ਵੀ ਆ, ਜ਼ਰੂਰੀ ਨਹੀਂ ਵੀ ਟੀਚਰ, ਫਿਰ ਸਾਹਮਣੇ ਵਾਲੇ ਨੂੰ ਵੀ ਉੱਦਾਂ ਦਾ ਹੋਣਾ ਪੈਂਦਾ। ਕਦੋਂ ਤੱਕ ਠੰਡਾ ਰਹਿ ਕੇ ਮਤਲਬ ਉਹ ਚੱਲਣਾ, ਦੁਨੀਆ ਕਿਸੇ ਦੀ ਮਿੱਤ ਨਹੀਂ ਹੁੰਦੀ ਜੀ। ਇੱਕ ਜਦੋਂ ਆਪਾਂ ਘਰੇ ਗਏ ਨਾ, ਘਰੇ ਬਾਹਰ ਇੱਕ ਜਿਹੜੇ ਬੈਨਰ ਲੱਗੇ ਹੋਏ ਸੀਗੇ, ਮੈਂ ਲਿਖਿਆ ਇੱਕ ਨੌਜਵਾਨ ਇੱਥੇ ਇਮਾਨਦਾਰ, ਕਿਰਤੀ, ਇਹ ਸਾਰੀਆਂ ਚੀਜ਼ਾਂ, ਮਤਲਬ ਉਹ ਪੋਸਟਰ ਬਾਹਰ ਹੀ ਕਿਉਂ ਲਗਾਏ ਗਏ, ਕਿਸ ਕਾਰਨ ਲਗਾਏ ਗਏ, ਇਹੋ ਜਿਹੀ ਕੀ ਨੌਬਤ ਆ ਗਈ ਕਿ ਉਹ ਚੀਜ਼ਾਂ ਹੀ ਬਾਹਰ ਲਾਉਣੀਆਂ ਪਈਆਂ? ਇਹ ਉਦੋਂ ਲਾਏ ਗਏ ਸੀ ਜਦੋਂ ਵੋਟਾਂ ਸੀ, ਜਦੋਂ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ ਆ ਜਾਂ ਬਾਹਰਲੇ ਲੀਡਰ ਆਪ ਮੰਗਣ ਆਉਂਦੇ ਆ ਨਾਲ ਲੈ ਕੇ, ਉਹਨਾਂ ਦੇ ਲਈ ਲਾਏ ਗਏ ਸੀਗੇ ਵੀ ਸਾਨੂੰ ਵੋਟ ਪਾਉਣ ਲਈ ਨਾ ਦੱਸਿਆ ਜਾਵੇ ਵੀ ਕਿਹਨੂੰ ਵੋਟ ਪਾਉਣੀ ਆ। ਇੰਨਾ ਕਿ ਸਾਨੂੰ ਪਤਾ ਵੀ ਅਸੀਂ ਪੜ੍ਹੇ ਲਿਖੇ ਹਾਂ, ਕੋਈ ਅਨਪੜ੍ਹ ਨਹੀਂ। ਜਦੋਂ ਇਸ ਪਰ ਘਰ ਦੇ ਵਿੱਚ ਜਿਹੜੇ ਮਿਹਨਤੀ ਨੇ ਅਤੇ ਸੂਝਵਾਨ ਵੀ ਨਹੀਂ ਅਤੇ ਪੜ੍ਹੇ ਲਿਖੇ ਵੀ ਨੇ, ਉਹਨਾਂ ਨੂੰ ਇੰਨਾ ਕੁ ਪਤਾ ਹੈ ਕਿ ਕਿੱਥੇ ਵੋਟ ਪਾਉਣੀ ਆ ਕਿੱਥੇ ਨਹੀਂ ਪਾਉਣੀ। ਜੇ ਉਸ ਤੋਂ ਬਾਅਦ ਦੀ ਆਪਾਂ ਗੱਲ ਕਰਦੇ ਹਾਂ, ਸਰਕਾਰੇ ਲੰਬੇ ਲਾਰੇ ਰੱਖਦੀਆਂ ਨੇ ਹਮੇਸ਼ਾ, ਕਿਤੇ ਨਾ ਕਿਤੇ ਜਿਹੜੇ ਮਜ਼ਦੂਰਾਂ ਦੇ ਜਵਾਕ ਨੇ ਉਹ ਪੜ੍ਹ ਕੇ ਹੱਕਾਂ ਨੂੰ ਲੱਗ ਗਏ। ਇਹ ਜਿਹੜਾ ਇੱਕ 8ਵੀਂ ਪਾਸ ਫੇਲ ਦਾ ਸਿਸਟਮ ਆਇਆ ਸੀਗਾ, ਯਾਦ ਹੋਣਾ ਤੁਹਾਨੂੰ, ਹੁਣ ਵੀ ਹੈ ਵੀ 8ਵੀਂ ਤੱਕ, ਉਹ ਵਾਕਈ ਜਦੋਂ ਮਨਸੂਬੇ ਸੀਗੇ ਕਿ ਬਾਕੀ ਜੇ ਬੱਚੇ ਪੜ੍ਹਨਗੇ ਨਹੀਂ ਤਾਂ ਸਰਕਾਰਾਂ ਨੂੰ ਆਪਣੇ ਹੱਕ ਨੇ ਜਿਹੜੇ ਉਹ ਲੁਕਾਉਣ 'ਚ ਕਾਬੂ ਹੋ ਜਾਣਗੇ, ਕਿਉਂਕਿ ਤੁਸੀਂ ਕਾਫੀ ਲੜਦੇ ਰਹੇ ਹੋ ਜੀ, ਸਮਝਦੇ ਇਸ ਚੀਜ਼ ਨੂੰ? 8ਵੀਂ ਦਾ ਬੋਰਡ ਉਹ ਕਰਤਾ ਸੀ ਵੀ ਕਿਸੇ ਨੂੰ ਵੀ ਫੇਲ ਨਹੀਂ ਕਰਨਾ ਹੈ ਨਾ, ਉਹ ਫੇਲ ਦਾ ਮਤਲਬ ਇਹ ਨਹੀਂ ਸੀ ਜਿਹੜੇ ਪੜ੍ਹਾਈ ਛੱਡ ਜਾਣਗੇ, ਫੇਲ ਤਾਂ ਕਰਨੀ ਨਹੀਂ, ਫਿਰ ਅੱਗੇ ਮਤਲਬ ਅਗਲੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਵਿੱਚ ਤਾਂ ਉਹ ਰੁਕ ਜਾਣਗੇ, ਉੱਥੇ ਤਾਂ ਪੇਪਰ ਪਾਸ ਹੋਣਾ, ਉੱਥੇ ਤਾਂ ਹੋਣੀਆਂ ਨਾ ਬੋਰਡ ਹੈਗੇ ਨੇ, ਉੱਥੇ ਜਾ ਕੇ ਰੁਕ ਜਾਣਗੇ, ਮਤਲਬ ਜਿਹੜੀ ਅਗਲੀ ਭੀੜ ਉੱਧਰੋਂ ਘਟ ਜਾਣੀ ਆ, ਅਤੇ ਜਿਹੜੀ ਇੱਧਰ 8ਵੀਂ 10ਵੀਂ ਵਾਲੀ ਇੱਧਰ ਹੀ ਲੱਗੀ ਰਹਿਣੀ ਆ। ਅਤੇ ਸਾਡਾ ਜਿਹੜਾ ਹੁਣ ਮਤਲਬ ਰੈਲੀਆਂ ਧਰਨੇ ਦੀ ਗੱਲ ਚੱਲ ਰਹੀ ਸੀ, ਸਾਡੀਆਂ ਹੁਣ ਕਈ 2017 ਦੇ ਵਿੱਚ ਟੈਟ ਪਾਸ ਹੈ, ਅਤੇ ਅਸੀਂ 20,000 ਪਲੱਸ ਹੋਵਾਂਗੇ,
ਤੇ ਉਦੋਂ ਤੋਂ ਇਹਨਾਂ ਨੇ ਮਤਲਬ ਕੋਈ ਬਹੁ ਗਿਣਤੀ ਨਹੀਂ ਕੀਤੀਆਂ ਪੋਸਟਾਂ ਕਦੇ। ਇਹਨਾਂ ਨੇ ਜਿਹੜਾ ਸਾਡੇ ਸਬਜੈਕਟ ਨੇ ਮਤਲਬ ਪੰਜਾਬੀ SST ਹਿੰਦੀ ਇਹਨਾਂ ਦੀਆਂ ਕਦੇ 53 ਪੋਸਟਾਂ ਕੱਢ ਦਿੱਤੀਆਂ, ਕਦੇ 56 ਕੱਢ ਦਿੱਤੀਆਂ, ਮਤਲਬ 150 ਤਿੰਨੇ ਸਬਜੈਕਟਾਂ ਦੀਆਂ ਕੱਢ ਕੇ ਇਸ ਤੋਂ ਬਾਅਦ ਇਹਨਾਂ ਨੇ ਹੁਣ 41 ਕਾਰਡ ਦਾ ਇਸ਼ਤਿਹਾਰ ਜਾਰੀ ਕੀਤਾ ਹੋਇਆ, ਬਹੁਤ ਲੰਮਾ ਸਮਾਂ ਹੋ ਗਿਆ। ਤੇ ਉਹਦੇ ਵਿੱਚ ਸਾਡੀਆਂ 1400 ਬਣਦੀ ਆ ਪੋਸਟ ਪੰਜਾਬੀ SST ਤੇ ਹਿੰਦੀ। ਤੇ ਇਸ ਦੇ ਲਈ ਅਸੀਂ ਨੇ ਮਤਲਬ 5 ਸਾਲ ਤੋਂ ਹੀ ਪਹਿਲਾਂ ਅਸੀਂ ਪੋਸਟਾਂ ਕਢਵਾਉਣ ਲਈ ਡਾਂਗਾ ਖਾਂਦੇ ਰਹੇ। ਤੇ ਇਸ ਤੋਂ ਬਾਅਦ ਜਦੋਂ ਪੋਸਟਾਂ ਕੱਢ ਦਿੱਤੀਆਂ ਉਹ ਮਤਲਬ ਨਾ ਮਾਤਰ ਕੱਢੀਆਂ ਤੇ ਉਹਨਾਂ ਦੀ ਗਿਣਤੀ ਨੂੰ ਵਧਾਉਣ ਦੇ ਲਈ ਡਾਂਗਾ ਖਾਂਦੇ ਰਹੇ। ਤੇ ਆ ਪਿਛਲੇ ਦਿਨਾਂ ਦੀ ਉਹ ਗੱਲ ਅਸੀਂ ਮਤਲਬ ਆਪਣੇ ਨਵੇਂ ਬਣੇ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਦਾ ਉੱਥੇ ਇੱਕ ਆਪਦਾ ਮਤਲਬ ਆਪਣਾ ਰੋਸ ਮੁਜ਼ਾਹਰਾ ਕੀਤਾ ਸੀ। ਉੱਥੇ ਵੀ ਸਾਡੀ ਇਹੀ ਮੰਗ ਸੀਗੀ ਕਿ ਮਤਲਬ ਸਾਡੀਆਂ ਪੋਸਟਾਂ ਦੇ ਵਿੱਚ ਵਾਧਾ ਕੀਤਾ ਜਾਵੇ SST ਪੰਜਾਬੀ ਹਿੰਦੀ ਦੇ ਵਿੱਚ, ਤੇ ਇਹ ਪੇਪਰ ਜਿਹੜਾ ਜਲਦੀ ਲਿਆ ਜਾਵੇ। ਉੱਥੇ ਵੀ ਮਤਲਬ ਸਾਡੇ ਨਾਲ ਵਧੀਆ ਸੇਵਾ ਪਾਣੀ ਕੀਤਾ ਗਿਆ ਸਾਡਾ ਨਵੀਂ ਸਰਕਾਰ ਵੱਲੋਂ। ਤੇ ਸਾਡੀ ਇਹੀ ਮੰਗ ਸੀਗੀ ਤੇ ਪੋਸਟਾਂ ਕੱਢ ਨਹੀਂ ਰਹੇ ਤੇ ਲਾਰੇ ਲੱਗ ਰਹੇ ਨੇ। ਅੱਛਾ, ਸੇਵਾ ਪਾਣੀ ਦੀ ਗੱਲ ਕਰੀਏ ਤੁਸੀਂ ਨੇ ਤਾਂ ਹੁਣ ਕੀ ਲੱਗਦਾ, ਉਮੀਦ ਹੈ ਕੋਈ ਨਵੀਂ ਸਰਕਾਰ ਤੋਂ ਲੱਡੂ ਜਾਂ ਫਿਰ ਡਾਂਗਾ? ਹਜੇ ਤਾਂ ਭਰਾ ਡਾਂਗਾ ਹੀ ਖਾ ਰਹੇ ਹਾਂ, ਜਦੋਂ ਲੱਡੂ ਖਵਾਵਾਂਗੇ ਤੁਹਾਨੂੰ ਦੱਸਾਂਗੇ। ਨਵੀਂ ਸਰਕਾਰ ਤੋਂ ਉਮੀਦਾਂ ਤਾਂ ਸਭ ਨੂੰ ਹੀ ਸੀ, ਪਰ ਜੇ ਇੱਕ ਗੱਲ ਹੋਰ ਵੀ ਹੁੰਦੀ ਵੀ ਸਮਾਂ ਥੋੜ੍ਹਾ ਹੋਇਆ, ਪਰ ਸਮਾਂ ਥੋੜ੍ਹਾ ਹੋਇਆ ਤੇ ਇਹ ਵੀ ਨਾ ਹੋਵੇ 41 61 ਪੋਸਟਾਂ ਕੱਢੀਆਂ ਪਈਆਂ ਨੇ ਵੀ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੂੰ ਪਾਸ ਕੀਤਾ ਜਾਵੇ, ਉਹ ਨਾ ਮਾਤਰ ਹੀ ਨੇ, ਕਿਉਂਕਿ ਅਗਲੀਆਂ ਉਹਨਾਂ ਦਾ ਕੋਈ ਪਤਾ ਨਹੀਂ। ਤੇ ਇੱਥੇ ਮਤਲਬ ਬਹੁਤ ਪੜ੍ਹੇ ਲਿਖੇ ਫਿਰ ਰਹੇ ਆ, ਉਹਨਾਂ ਦਾ ਨੁਕਸਾਨ ਹੈ। ਬਾਈ ਮੈਂ ਚਾਹੂੰਗਾ ਨਾਲੋਂ ਨਾਲ ਆਪਣੀ ਜਿਹੜੀ ਕਿਤਾਬ ਹੈ, ਕਿਤਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਂ ਦੇਖੀਆਂ, ਮੁਹੱਬਤਾਂ ਜਾਂ ਹੋਰ ਬਹੁਤ ਸਾਰੇ ਮਜ਼ਦੂਰ, ਬਹੁਤ ਸਾਰੀਆਂ ਕਵਿਤਾਵਾਂ ਕੀਤੀਆਂ। ਉਹਨਾਂ ਕਿਤਾਬ 'ਚ ਕੁਝ ਸੁਣਾਉਣਾ ਚਾਹੋਗੇ ਤੇ ਕਿਤਾਬ 'ਚ ਕੁਝ ਦੱਸਣਾ ਚਾਹੋਗੇ ਸਾਨੂੰ ਕੀ ਕੁਝ ਬੈਟਰ ਹੈ? ਹਾਂਜੀ, ਜਿਹੜੀ ਕਿਤਾਬ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਇਹ ਕਿਤਾਬ ਹੈ ਮੈਂ ਭਾਂਡਾ ਨਹੀਂ। ਇਸ ਦੇ ਵਿੱਚ ਮੈਂ ਵੱਖ-ਵੱਖ ਮੁੱਦੇ ਰੱਖਿਆ, ਕੋਈ ਇਸ ਦੇ ਵਿੱਚ ਕੋਈ ਆਸਕੀ ਜਾਂ ਕੋਈ ਇਸ਼ਕ ਵਾਲਾ ਨਹੀਂ ਹੈ। ਤੇ ਵੱਖ-ਵੱਖ ਮੁੱਦੇ, ਬੇਰੁਜ਼ਗਾਰੀ, ਨਸ਼ਾ, ਪੰਜਾਬ ਦੇ ਹਾਲਾਤ ਕਿੱਦਾਂ ਦੇ ਨੇ, ਮਜ਼ਦੂਰਾਂ ਦੇ ਕੀ ਹਾਲਾਤ ਨੇ, ਤੇ ਸਾਡੇ ਮੱਧ ਵਰਗੀ ਜਿਹੜੇ ਉਹ ਨੇ ਉਹਨਾਂ ਦੇ ਕੀ ਹਾਲਾਤ ਨੇ, ਕਿੱਦਾਂ ਦਾ ਮਤਲਬ ਲਵ ਮੈਰਿਜਾਂ ਦਾ ਤਰੀਕੇ ਨਾਲ ਪਰਿਵਾਰ ਨੂੰ ਹੋ ਰਿਹਾ, ਮਤਲਬ ਸਾਰੇ ਹੀ ਵੱਖ-ਵੱਖ ਤਰੀਕੇ ਨਾਲ ਇਹਦੇ ਵਿੱਚ ਮੁੱਦਿਆਂ ਨੂੰ ਪੇਸ਼ ਕੀਤਾ ਗਿਆ। ਤੇ ਕਿਤਾਬ 'ਚੋਂ ਆਪਾਂ ਸੁਣਨ ਦੀ ਗੱਲ ਹੋਈ ਹੈ ਤੇ ਤੁਸੀਂ ਨੇ ਜਿਹੜਾ ਹੁਣ ਕਿਹਾ ਕਹਿੰਦਾ ਵੀ ਆਸ਼ਕੀ ਨਹੀਂ, ਅੱਜ ਕੱਲ੍ਹ ਤਾਂ ਕਿਤਾਬਾਂ ਦੇ ਵਿੱਚ ਵੀ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ। ਫਿਰ ਤੁਹਾਡੀ ਕਿਤਾਬ ਪੜ੍ਹੂਗਾ ਕੌਣ ਜਿਹਦੇ ਵਿੱਚ ਆਸ਼ਕੀ ਨਹੀਂ? ਲੱਗਦਾ ਕੋਈ ਪੜ੍ਹੂਗਾ? ਜ਼ਰੂਰੀ ਨਹੀਂ ਹੁੰਦਾ ਨਾ ਵੀ ਆਪਣਾ ਵੀ ਸਾਰੀ ਹੀ ਇੱਕੋ ਸੋਚਦੇ ਹੁਣ ਵੀ ਕਿਸੇ ਨੇ ਕਿਤਾਬ ਪੜ੍ਹਨੀ ਨਹੀਂ ਹੈਗੀ। ਸਰਤਾਜ ਵੀ ਹੈਗੇ ਨੇ, ਸਰਤਾਜ ਨੂੰ ਵੀ ਬਹੁਤ ਸੁਣ ਰਹੇ ਨੇ, ਤੇ ਹੋਰ ਵੀ ਕਲਾਕਾਰ ਹੈਗੇ ਨੇ ਉਹਨਾਂ ਨੂੰ ਵੀ ਸੁਣ ਰਹੇ ਨੇ। ਜਿਨ੍ਹਾਂ ਨੂੰ ਕਿਸੇ ਨੇ ਪੜ੍ਹਨਾ, ਜਿਹਨੇ ਚੰਗੀ ਚੀਜ਼ ਪੜ੍ਹਨੀ ਉਹਨਾਂ ਨੂੰ ਤਾਂ ਚੰਗੇ ਪੜ੍ਹਨੇ ਆ, ਜਿਹਨੇ ਸੁਣਨੀਆਂ ਜ਼ਰੂਰੀ ਨਹੀਂ ਸਾਰੇ ਹੀ ਰਾਂਝੇ ਹੋਣ, ਸਾਰੇ ਹੀ ਮਿਰਜ਼ੇ ਹੋਣ, ਵੱਖਰੇ ਵੱਖਰੇ ਕਿਰਦਾਰ ਹਰ ਇੱਕ ਦੇ ਜਨਮ ਲਿਆ ਜਿਨ੍ਹਾਂ ਨੇ ਜੀ। ਕਿਤਾਬ ਦੇ ਵਿੱਚ ਆਪਾਂ ਕੁਝ ਪੜ੍ਹਦੇ ਹਾਂ ਦੋਸਤੋ, ਬਾਈ ਸੁਣਾਉਣਗੇ ਸਾਨੂੰ ਪੜ੍ਹ ਕੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਵੀ ਕਿਤਾਬ ਦੇ ਕੁਝ ਪੰਨੇ ਪੜ੍ਹੇ ਨੇ ਕਿ ਬਹੁਤ ਵਧੀਆ ਲੱਗਿਆ ਮੈਨੂੰ ਕਿਤਾਬ ਦੇ ਵਿੱਚ ਜਿਹੜਾ ਕੰਟੈਂਟ ਬਾਈ ਹੋਰ ਨੇ ਪਾਇਆ। ਸੋ ਆਓ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ, ਪੜ੍ਹਦੇ ਹਾਂ ਫਿਰ। ਆਪਣੀ ਇਹਦੇ ਵਿੱਚੋਂ ਇੱਕ ਕੁਝ ਲੈਣਾ ਨਹੀਂ ਗੀਆਂ। ਜਿੱਥੇ ਕਦਰ ਨਹੀਂ ਤੁਹਾਡੀ ਉੱਥੇ ਝੁਕਦੇ ਨਹੀਂ ਹੁੰਦੇ, ਜਾਨ ਵਾਰਦੇ ਹੋਣ ਉਹਨਾਂ ਤੋਂ ਲੁਕਦੇ ਨਹੀਂ ਹੁੰਦੇ, ਝਗੜਾ ਗੁਆਂਢੀਆਂ ਦਾ ਐਵੇਂ ਖੜ ਨਹੀਂ ਵੇਖੀਦਾ, ਬੇਇੱਜ਼ਤੇ ਲੋਕਾਂ ਦਾ ਚੰਗਾ ਪਰ ਭਾਂਡਾ ਛੇਕੀਦਾ, ਕਰਕੇ ਦਾਨ ਥੋੜਾ ਐਵੇਂ ਮਸ਼ਹੂਰੀ ਤੱਕੀਏ ਨਾ, ਕੁੰਡੀਆਂ ਮੁੱਛਾਂ ਤੇ ਕੌਣ ਪੁੱਛਦਾ ਯਾਰੋ ਸ਼ੌਕੀਨਾਂ ਨੂੰ, ਰਿਸ਼ਤੇ ਹੁੰਦੇ ਨੇ ਅੱਜ ਕੱਲ੍ਹ ਤਾਂ ਇੱਥੇ ਜ਼ਮੀਨਾਂ ਨੂੰ, ਲੈ ਕੇ ਕਰਜ਼ਾ ਪਿੱਛੋਂ ਮਾੜਾ ਕਹਿੰਦੇ ਲਾਲਿਆਂ ਨੂੰ, ਬੜੇ ਭਲੇ ਮਾਨਸ ਨੀਵਾਂ ਝੁਕਾਉਣ ਧੀਆਂ ਵਾਲਿਆਂ ਨੂੰ, ਸੱਚ ਤੇ ਅੜੇ ਰਹਿਣਾ ਭਾਵੇਂ ਕਿਸੇ ਦੀਆਂ ਸ਼ਿਕਾਇਤਾਂ ਨੇ, ਜੋ ਝੂਠ ਨੂੰ ਝੂਠ ਨਾ ਕਹਿਣ ਉਹ ਕਾਹਦੀਆਂ ਪੰਚਾਇਤਾਂ ਨੇ, ਸਾਂਝੇ ਕੰਮ 'ਚ ਜਾ ਕੇ ਕਦੇ ਵੀ ਟੰਗ ਫਸਾਈਏ ਨਾ, ਬਿਨ ਮਿਹਨਤ ਕੱਖ ਨਾ ਕਿਤੇ ਜਾ ਕੇ ਨੱਕ ਘਸਾਈਏ ਨਾ, ਬਿਨਾਂ ਮਿਹਨਤਾਂ ਦੇ ਕੱਖ ਨਹੀਂ ਕਿਤੇ ਜਾ ਕੇ ਨੱਕ ਘਸਾਈਏ ਨਾ। ਬਹੁਤ ਵਧੀਆ ਲੱਗਿਆ ਸੁਣ ਕੇ ਬਾਈ। ਗਰਮ ਮੁੱਦਾ ਚੱਲ ਰਿਹਾ, ਮੈਂ ਕਹਿਣਾ ਕਿ ਨਾ ਕਿਤੇ ਆਪਣਾ ਲੋਕ ਤੱਥ ਆਪਣੇ ਪੰਜਾਬ ਲਿਖਦੇ ਵਧੀਆ ਹੋ, ਕੋਈ ਲੋਕ ਤੱਥ ਜੀ ਸੁਣਾ ਦਿਓ। ਗਰਮ ਮੁੱਦਾ ਚੱਲੇ ਰਿਹਾ ਹੁਣ, ਸੁਣਾਏ ਦਿਓ ਘੈਂਟ ਜੀ ਕੋਈ। ਜੀ ਮੈਂ ਕਰਦਾ ਕੋਸ਼ਿਸ਼। ਕਹਿੰਦਾ ਸੱਚੇ ਬੰਦੇ ਨਾਲ ਖੜੇ ਕੋਈ ਨਾ, ਝੂਠੇ ਨਾਲ ਲੈ ਜਾਂਦੇ ਭਰ ਕੇ ਟਰਾਲੀਆਂ, ਨੋਟ ਹੀ ਨੇ ਸਭ ਕੁਝ ਹੋਏ ਮਿੱਤਰੋ, ਜਿਹੜੇ ਢੱਕ ਦਿੰਦੇ ਕਰਤੂਤਾਂ ਕਾਲੀਆਂ, ਭਾਈਆਂ ਦਾ ਪਿਆਰ ਹੁਣ ਅਲੋਪ ਹੋ ਗਿਆ, ਈਰਖਾ 'ਚ ਹਿੱਕ ਤੇ ਬਰੋਟੇ ਗੱਡਦੇ, ਪਿੰਡੋਂ ਸੀ ਲਏ ਗਏ ਸਿਆਣੇ ਸਮਝ ਕੇ, ਥਾਣੇ 'ਚ ਇੱਜ਼ਤ ਰਲਾ ਕੇ ਵੇਖੇ ਦੰਦ ਕੱਢਦੇ, ਪਿੰਡੋਂ ਸੀ ਲਗਾਏ ਸਿਆਣੇ ਸਮਝ ਕੇ, ਥਾਣੇ 'ਚ ਇੱਜ਼ਤ ਰਲਾ ਕੇ ਵੇਖੇ ਦੰਦ ਕੱਢਦੇ, ਇੱਕ ਨਹੀਂ ਦੋ ਨਹੀਂ ਨਾ ਹੋਵੇ ਗਿਣਤੀ, ਮਸਲੇ ਤੇ ਮਸਲਾ ਇੱਥੇ ਚੜਿਆ ਪਿਆ, ਰਿਸ਼ਤਿਆਂ ਨੂੰ ਇਮਾਨਦਾਰੀ ਵਾਂਗ ਅੱਗ ਲੱਗ ਗਈ, ਮੁੰਡਾ ਭੂਆ ਦੀ ਕੁੜੀ ਦੇ ਨਾਲ ਫੜਿਆ ਗਿਆ, ਆਪਣੀ ਮੰਜ਼ਿਲ ਨੂੰ ਤੁਰੇ ਚੱਲੋ ਪਰਵਾਹ ਨਾ ਕਰੋ, ਹਾਥੀ ਲੰਘ ਜਾਂਦਾ ਕੁੱਤੇ ਹਟ ਜਾਂਦੇ ਭੌਂਕ ਭੌਂਕ ਕੇ, ਮਜ਼ਦੂਰਾਂ ਦੀ ਰੋਟੀ ਦਾ ਬਾਈਕਾਟ ਕਰਕੇ ਲੰਗਰ ਛਕਾਉਂਦੇ ਵੇਖੇ ਰੋਕ ਰੋਕ ਕੇ, ਮਜ਼ਦੂਰਾਂ ਦੀ ਰੋਟੀ ਦਾ ਬਾਈਕਾਟ ਕਰਕੇ ਲੰਗਰ ਛਕਾਉਂਦੇ ਵੇਖੇ ਰੋਕ ਰੋਕ ਕੇ, ਸੁਣੋ ਜੇ ਮੁੰਡਾ ਮੰਗੇ ਦਾਜ ਤਾਂ ਵੱਜੇ ਲਾਲਚੀ, ਸੁਣੋ ਜੇ ਮੁੰਡਾ ਮੰਗੇ ਦਾਜ ਤਾਂ ਵੱਜੇ ਲਾਲਚੀ, ਜੇ ਨਾ ਮੰਗਣ ਤਾਂ ਕਹਿੰਦੇ ਕੋਈ ਕਾਣ ਮੀਣਿਆ, ਗੁਣ ਤੇ ਕਿਰਦਾਰਾਂ ਨੂੰ ਇੱਥੇ ਕੌਣ ਪੁੱਛਦਾ, ਸਾਕ ਹੁੰਦਾ ਉੱਥੇ ਜਿੱਥੇ ਵੱਡੀ ਜ਼ਮੀਨ ਹੈ,
ਲਾੜ ਮਾੜਾ ਹੁੰਦਾ ਵਾਲਾ ਧੀ ਪੁੱਤ ਨੂੰ ਘੇਰੀਏ ਨਾ ਰਾਹ ਬੇਗਾਨੀ ਧੀ ਧਿਆਣੀ ਦਾ ਪੁੱਤ ਕਹਿੰਦਾ ਲੇਟ ਹੁਣਾ ਸੇਵਾ ਕਰੂੰ ਛਬੀਲ ਤੇ ਮਾਂ ਬਿਮਾਰ ਕਹੇ ਪੁੱਤ ਗਿਲਾਸ ਪਿਲਾ ਜਾ ਪਾਣੀ ਜਾ ਮਾਂ ਪੁੱਤ ਕਹਿੰਦਾ ਲੇਟ ਹੁਣਾ ਸੇਵਾ ਕਰੂੰ ਛਬੀਲ ਤੇ ਮਾਂ ਬਿਮਾਰ ਕਹੇ ਪੁੱਤ ਦੇ ਜਾ ਗਿਲਾਸ ਪਾਣੀ ਦਾ। ਵਾਕਈ ਬਹੁਤ ਜ਼ਿਆਦਾ ਕੌੜੀਆਂ ਗੱਲਾਂ ਨੇ ਤਾਂ ਮਿੱਤਰਾ। ਇਹ ਦੇਖ ਲੈ ਕਿਤੇ ਗਾਉਣ ਗੁਣ ਤੋਂ ਪਹਿਲਾਂ, ਕਿਉਂਕਿ ਮੇਰੇ ਇੱਕ ਵਾਰ ਇੰਟਰਵਿਊ ਕੀਤੀ ਸੀ ਮੇਰੇ ਦੋਸਤ ਦੀ ਮੈਂ, ਤੇ ਮਿੱਤਰ ਪਿਆਰੇ ਸੀ ਉਹ ਵੀ ਤੁਹਾਡੇ ਵਾਂਗੂ, ਤਾਂ ਕਰਕੇ ਦੋਸਤ ਕਹਿ ਦਈਦਾ ਹਨ। ਜੀ ਜੀ ਬਾਈ। ਤਾਂ ਉਹ ਅੱਜ ਤੱਕ ਕਿਸੇ ਨੇ ਚਲਾਈ ਨਹੀਂ ਹੈਗੀ, ਦੇਖ ਕੇ ਚਲਾਈ, ਕਿਤੇ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਵੀ ਘੱਟ ਹੁੰਦੀਆਂ ਨੇ। ਕੋਈ ਆਪਾਂ ਨੂੰ ਇਹਦੇ ਨਾਲ ਚਲਾਉਣ ਤੱਕ ਦਾ ਮਤਲਬ ਨਹੀਂ, ਜਿਹੜੀ ਆਪਣੀ ਭੜਾਸ ਹੈ ਜੋ ਆਪਣਾ ਆਲਾ ਦੁਆਲਾ ਜੋ ਆਪਾਂ ਦੇਖ ਰਹੇ ਹਾਂ, ਮੈਨੂੰ ਉਹਦਾ ਮਤਲਬ ਆ ਵੀ ਉਹਨੂੰ ਲਿਖ ਦਈਏ, ਕੋਈ ਸੁਣੇ ਜਾਂ ਨਾ ਸੁਣੇ ਉਹ ਵੱਖਰੀ ਗੱਲ ਹੈ। ਬਿਲਕੁਲ ਭਾਈ, ਗੱਲ ਕਿਉਂਕਿ ਤੁਸੀਂ ਖੁਦ ਵੀ ਧਰਨਿਆਂ ਤੇ ਰੁਲਦੇ ਰਹੇ ਹੋ, ਮੈਂ ਰੁਲਦੇ ਰਹੇ ਕਹੂੰਗਾ ਕਿਉਂਕਿ ਪੰਜਾਬ ਜੋ ਸਰਕਾਰ ਦੇ ਹਾਲਾਤ ਨੇ, ਨੌਜਵਾਨੀ ਐ ਰੁਲਦੀ ਰਹੀ ਹੈ। ਤੁਸੀਂ ਤਾਂ ਸਾਡੇ ਤੋਂ ਫਿਰ ਵੀ ਵੱਡੇ ਹੋ, ਤੁਹਾਡੇ ਹਾਲਾਤ ਨੇ ਸਾਡੇ ਤਾਂ ਅੱਗੇ ਸੁਖਨਾ ਪੀੜ੍ਹੀ ਹਜੇ ਬਹੁਤ ਵੱਡੀ ਪਈ ਹੈ, ਹੈ ਨਾ। ਤਾਂ ਉਸ ਤਰੀਕੇ ਦੀ ਗੱਲ ਕਰੀਏ, ਤੁਹਾਡੇ ਬਾਪੂ ਜੀ ਉਹ ਵੀ ਬੜਾ ਧਰਨਿਆਂ ਤੇ ਹੈ ਨਾ ਸੰਘਰਸ਼ ਲੜ ਰਹੇ ਨੇ ਜਾਂ ਕਿਵੇਂ ਵੀ ਹੈ ਨਾ। ਤਾਂ ਕਦੇ ਸੋਚਿਆ ਨਹੀਂ ਸੀ ਤੁਸੀਂ ਵੀ ਪੜ੍ਹ ਲਿਖ ਕੇ ਕਿੱਧਰ ਯਾਰ ਨੌਕਰੀ ਨੂੰ ਬੇਸ਼ੱਕ ਦੀ ਆਪਾਂ ਪੈ ਗਏ ਹੈ ਨਾ, ਕੋਈ ਹੋਰ ਕੰਮ ਧੰਦਾ ਕਰ ਲਈਏ ਜਾਂ ਕਿਸੇ ਹੋਰ ਪਾਸੇ ਖੜ ਜਾਈਏ ਜਾਂ ਫਿਰ ਸਰਕਾਰ ਨਾਲ ਹੀ ਰਲ ਕੇ ਕੁਝ ਕਰ ਲਈਏ, ਜੇ ਅਸੀਂ ਕੁਝ ਕਰਾਉਂਦੇ ਨੇ ਚਾਹੇ ਨੌਕਰੀਆਂ ਨਾ ਦਿੰਦੇ। ਬਾਪੂ ਦੇ ਹਾਲਾਤ ਦੇਖ ਕੇ ਨਹੀਂ ਸਮਝ ਆਈ ਜਾਂ ਫਿਰ ਇਹ ਸੋਚਿਆ ਕਿ ਯਾਰ ਹੁਣ ਆਪਾਂ ਲੜਕੀ ਕੁਝ ਲੈਣਾ? ਬਾਪੂ ਦੇ ਹਾਲਾਤ ਵੇਖ ਕੇ ਬਾਪੂ ਦੇ ਨਾਲ ਖੜਿਆ। ਜੇ ਆਪਾਂ ਪੜ੍ਹ ਗਏ ਸੀ ਇਹਦਾ ਮਤਲਬ ਇਹ ਨਹੀਂ ਬਾਪੂ ਛੱਡਤਾ ਆਪਾਂ ਮਤਲਬ ਉਧਰ ਤੁਰੇ ਫਿਰਦੇ। ਬਾਪੂ ਦੇ ਹਾਲਾਤ ਦੇਖ ਕੇ ਬਾਪੂ ਦੇ ਨਾਲ ਖੜਿਆ ਤੇ ਬਾਪੂ ਆਪਣੇ ਨਾਲ ਖੜਿਆ, ਤੇ ਜੇ ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਖੜਿਆ ਤਾਂ ਅਸੀਂ ਅੱਜ ਇੱਥੇ ਖੜੇ ਹਾਂ। ਬਹੁਤ ਸੋਹਣੇ ਤਰੀਕੇ ਨਾਲ ਸਾਡਾ ਗੁਜ਼ਾਰਾ ਹੋ ਰਿਹਾ ਹੈ, ਮਤਲਬ ਬਹੁਤ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲੇ ਹੋਇਆਂਗੇ। ਜਿਸ ਸਮੇਂ ਸਾਨੂੰ ਨਾ ਮਤਲਬ ਪਿੰਡੋਂ 1600 ਮੀਟਰ, ਅਸੀਂ ਉਦੋਂ ਤਾਂ ਛੋਟੀ ਉਮਰ ਹੁੰਦੀ ਸੀ, 5ਵੀਂ ਕਲਾਸ ਦੇ ਵਿੱਚ ਹੁੰਦੇ ਸੀ, ਤੇ 1600 ਕਿਲੋਮੀਟਰ ਪਿੰਡੋਂ ਆ ਕੇ ਤੁਰ ਕੇ ਜਾ ਕੇ ਉਹਨਾਂ ਲਈ ਰੋਟੀ ਖਾਣੀ ਪੈਂਦੀ ਸੀ ਸਕੂਲ 'ਚੋਂ ਆ ਕੇ। ਉਦੋਂ 5ਵੀਂ ਕਲਾਸ ਦੇ ਵਿੱਚ ਕਿੰਨੀ ਕੁ ਉਮਰ ਹੁੰਦੀ ਆ। ਤੇ ਅੱਜ ਅਸੀਂ ਸੋਹਣੇ ਹਾਲਾਤਾਂ ਦੇ ਵਿੱਚ ਹੈਗੇ, ਪਰ ਹੈਗੇ ਮਿਹਨਤ ਦੇ ਨਾਲ ਆ, ਤੇ ਜੋ ਕੁਝ ਅੱਗੇ ਹੁਣ ਉਹ ਵੀ ਮਿਹਨਤ ਦੇ ਨਾਲ ਹੋਣਾ, ਕਿਸੇ ਦੇ ਚਾਪਲੂਸੀਆਂ ਕਰਕੇ ਨਹੀਂ। ਕੀ ਬਾਤ ਹੈ ਬਾਈ। ਯਾਰ ਗਿਲੇ ਸ਼ਿਕਵੇ ਹੁੰਦੇ ਨੇ ਬਾਈ, ਰੱਬ ਨਾਲ ਵੀ ਹੁੰਦੇ ਨੇ, ਇੱਕ ਦੂਜੇ ਦੋਸਤ ਮਿੱਤਰ ਨਾਲ, ਰਿਸ਼ਤੇਦਾਰਾਂ ਨਾਲ ਵੀ। ਤੁਹਾਨੂੰ ਕਿਸੇ ਨਾਲ ਕਿੰਨਾ ਗਿਲਾ ਸ਼ਿਕਵਾ? ਸਾਨੂੰ ਕਿਸੇ ਨਾਲ ਕੋਈ ਗਿਲਾ ਸਿਕਵਾ ਨਹੀਂ, ਅਸੀਂ ਆਪ ਦੇ ਮਤਲਬ ਇਹ ਹਾਲਾਤਾਂ ਦੇ ਨਾਲ ਲੜਿਆ ਤੇ ਹਾਲਾਤਾਂ ਦੇ ਨਾਲੋਂ ਨਿਕਲ ਕੇ ਹੀ ਅੱਗੇ ਜਾਣਾ। ਕਿ ਮਤਲਬ ਗਿਲਾ ਸਿਕਵਾ ਰਿਸ਼ਤੇਦਾਰੀ ਨਾਤੇ ਦਾ ਯਾਰਾਂ ਦੋਸਤਾਂ ਨਾਲ ਕਿਸੇ ਨਾਲ ਵੀ ਨਹੀਂ, ਤੇ ਹਜੇ ਗਿਲਾ ਸਿਕਵਾ ਅਸੀਂ ਆਪ ਦੇ ਆਪ ਹੀ ਨਾਲ ਕਰ ਰਹੇ ਹਾਂ ਵੀ ਕਿਤੇ ਸਾਡੇ ਵਿੱਚ ਹੀ ਕਮੀਆਂ ਹੋਣਗੀਆਂ ਜੋ ਅਸੀਂ ਇੱਥੇ ਖੜੇ ਹਾਂ। ਅਸੀਂ ਨਿਰਾ ਪੂਰਾ ਕਿਸੇ ਤੇ ਗਿਲਾ ਸਿਕਵਾ ਕਰੀਏ, ਪਰ ਅਸੀਂ ਪੜ੍ਹਿਆ ਹਨਾ, ਬੀਐਡ ਕੀਤੀ ਹੈ, ਡਬਲ ਐਮਏ ਕੀਤੀ ਹੈ, ਐਮਐਡ ਕੀਤੀ ਹੈ, ਟੈਟ ਪਾਸ ਕੀਤਾ। ਅਸੀਂ ਇੱਕ ਅਧਿਆਪਕ ਦੀ ਯੋਗਤਾ ਦੇ ਵਿੱਚ ਆ ਗਏ, ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੀ ਯੋਗਤਾ ਦੇ ਅਨੁਸਾਰ ਹੀ ਕੋਈ ਮਤਲਬ ਰੁਜ਼ਗਾਰ ਮਿਲੇ। ਅਸੀਂ ਸਾਡੇ ਲਈ ਸਾਨੂੰ ਇਹ ਗਿਲਾ ਤਾਂ ਜ਼ਰੂਰ ਹੈ ਵੀ ਸਾਨੂੰ ਜਿਹੜਾ ਸਾਡੇ ਮਤਲਬ ਯੋਗਤਾ ਗਈ ਉਹਦੇ ਅਨੁਸਾਰ ਹੀ ਸਾਨੂੰ ਅਧਿਆਪਕ ਦੀ ਜਿਹੜੀ ਉਹ ਮਿਲਣੀ ਚਾਹੀਦੀ ਹੈ, ਰੁਜ਼ਗਾਰ ਮਿਲਣਾ ਚਾਹੀਦਾ। ਤੁਹਾਡੀ ਜਿਹੜੀ ਵਿੱਦਿਆ ਦੀ ਯੋਗਤਾ ਉਹ ਬਹੁਤ ਜ਼ਿਆਦਾ ਹੈ, ਐਮਏ ਜਾਂ ਫਿਰ ਬੀਐਡ ਹੈ ਨਾ, ਐਮਐਡ, ਐਮਏ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਸਰਕਾਰਾਂ ਕਹਿੰਦੀਆਂ ਨੇ ਇਸ ਤਾਂ 10ਵੀਂ ਪਾਸ ਨੇ ਨੌਜਵਾਨ, 8ਵੀਂ ਪਾਸ ਨੇ ਜਿਹੜੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ, 8ਵੀਂ ਤੱਕ ਪੜ੍ਹਾ ਦਿਓ ਜੀ, ਇਸ ਤੋਂ ਬਾਅਦ ਅਸੀਂ ਕੋਈ ਨੌਕਰੀ ਦੇ ਦਾਂਗੇ, ਕੰਮ ਕਰਦਾ ਕਰ। ਫਿਰ ਜਦੋਂ ਇੰਨੀ ਯੋਗਤਾ ਵਾਲਿਆਂ ਨੂੰ ਸਰਕਾਰ ਨਹੀਂ ਦੇ ਪਾਈ ਤਾਂ ਫਿਰ ਉਹਨਾਂ ਨੂੰ ਕੀ ਦੇਊਗੀ? ਤੇ ਉਹਨਾਂ ਦੀਆਂ ਪੜ੍ਹਾਈਆਂ ਤਾਂ ਪਹਿਲਾਂ ਉਹਨਾਂ ਨੇ ਛਡਾਤੀਆਂ, ਕੀ ਸਮਝਦੇ ਹੋ? ਇਹ ਤਾਂ ਮਤਲਬ ਕਿਹਾ ਹੋਣਾ ਕਿਸੇ ਨੂੰ 8ਵੀਂ ਪਾਸ ਵਾਲੀ ਨੌਕਰੀ ਤਾਂ ਨਹੀਂ ਮਿਲੀ। ਜੇ ਤੁਹਾਨੂੰ ਮੈਂ ਇਹ ਕਹਿ ਦੇਵਾਂ ਵੀ 8ਵੀਂ ਪਾਸ ਆ ਤੁਹਾਨੂੰ ਮੈਂ ਨੌਕਰੀ ਤੇ ਲਾ ਦੇਣਾ, ਜੇ ਕਿਸੇ ਫੈਕਟਰੀ 'ਚ ਲਾ ਦੇਣਾ ਜਾਂ ਕਿਸੇ ਮਿਸਤਰੀ ਲਵੇ ਦਿਹਾੜੀ ਤੇ ਲਾ ਦੇਣਾ, ਉਹਨੂੰ ਆਪਾਂ ਜੋ ਨੌਕਰੀ ਨਹੀਂ ਕਹਿ ਸਕਦੇ। ਬਿਲਕੁਲ ਜੀ। ਤੇ ਬਾਈ ਮੈਂ ਚਾਹੂੰਗਾ ਕਿ ਆਖਰੀ ਸਮੇਂ 'ਚ ਕਿਸੇ ਨੂੰ ਕੁਝ ਕਹਿਣਾ ਚਾਹੋਗੇ, ਕੋਈ ਸਰਕਾਰ ਨੂੰ ਜਾਂ ਫਿਰ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ, ਤੇ 2 ਲਾਈਨਾਂ ਕੋਈ ਹੋ ਵੀ ਜਾਣ। ਤੇ 2 ਲਾਈਨਾਂ ਮੈਂ ਤੁਹਾਨੂੰ ਪਹਿਲਾਂ ਇੱਕ ਥੋੜ੍ਹੀਆਂ 4 ਲਾਈਨਾਂ ਆਪਣੀ 2 ਲਾਈਨਾਂ ਸਾਂਝੀਆਂ ਕਰਨਾ ਤੁਹਾਡੇ ਨਾਲ। ਜੀ ਬਿਲਕੁਲ। ਕਹਿੰਦਾ ਜੇ ਰੁਲਦੇ ਹੁਣ ਮਾਪੇ ਕਰਨਾ ਕੀ ਠੁੱਕ ਨੂੰ ਕੁੱਟ ਕੇ ਗਰੀਬ ਵੱਟ ਭੋਗਦਾ ਨਹੀਂ ਮੁੱਛ ਨੂੰ। ਜਿਹੜਾ ਚੁੱਪ ਵੱਟੇ ਬੰਦਾ ਸਿਆਣਾ ਹੀ ਹੁੰਦਾ, ਡਰ ਗਿਆ ਸਾਥੋਂ ਨਹੀਂ ਵਹਿਮ ਪਾਲੀ ਦੇ, ਕਿਸੇ ਦੀ ਜ਼ਿੰਦਗੀ ਦਾ ਦੀਵਾ ਐਵੇਂ ਗੁੱਲ ਕਰਕੇ ਦੀਵੇ ਆਪਣੇ ਬਨੇਰਿਆਂ ਤੇ ਨਹੀਂ ਬਾਲੀ ਦੇ। ਬਣਾ ਲਈਏ ਯਾਰ ਪੁੱਛੀਏ ਨਾ ਜਾਤ ਨੂੰ, ਇਹ ਲੱਗ ਜਾਣ ਪੈਰ ਭੁੱਲੀਏ ਨਾ ਔਕਾਤ ਨੂੰ। ਧਾਗਿਆਂ ਤਵੀਤਾਂ ਵਿੱਚ ਹੁੰਦਾ ਕੱਖ ਨਹੀਂ, ਕੰਮ ਮਾੜੀ ਤਕਦੀਰ ਕਹਿ ਕੇ ਨਹੀਂ ਟਾਲੀ ਦੇ, ਕਿਸੇ ਦੀ ਜ਼ਿੰਦਗੀ ਦਾ ਦੀਵਾ ਗੁੱਲ ਕਰਕੇ ਦੀਵੇ ਆਪਣੇ ਬਨੇਰਿਆਂ ਤੇ ਨਹੀਂ ਬਾਲੀ ਦੇ। ਕਹਿੰਦਾ ਨਾਲ ਔਖੇ ਵੇਲੇ ਖੜੇ ਹੋ ਤੋਂ ਨਾ ਪਾਸਾ ਵੱਟੀਏ, ਜਾਣ ਜਾਂਦੀ ਜਾਵੇ ਕਦੇ ਥੁੱਕ ਕੇ ਨਾ ਚੱਟੀਏ। ਮਾੜੇ ਰਾਹ ਪਾਈਏ ਨਾ ਕਦੇ ਕਿਸੇ ਦੇ ਧੀ ਪੁੱਤ ਨੂੰ, ਉਮਰਾਂ ਦੇ ਹੰਝੂ ਦੇ ਕੇ ਨਹੀਂ ਹਾਸੇ ਭਾਲੀ ਦੇ, ਕਿਸੇ ਦੀ ਜ਼ਿੰਦਗੀ ਦਾ ਦੀਵਾ ਗੁੱਲ ਕਰਕੇ ਉਹ ਆਪਣੇ ਬਨੇਰਿਆਂ ਤੇ ਨਹੀਂ ਦੀਵੇ ਵਾਲੀ ਦੇ। ਪਾਈਏ ਨਾ ਭੰਗੜਾ ਕਿਸੇ ਦੀ ਪੱਤ ਰੋਲ ਕੇ, ਬਣੀਏ ਨਾ ਮਰਦ ਮਾਪਿਆਂ ਨੂੰ ਮੰਦਾ ਬੋਲ ਕੇ। ਸ਼ੇਰ ਹੁੰਦਿਆਂ ਮੱਖਣਾ ਕੁਦਰਤ ਦਾ ਚੱਲੇ ਕੈਮਰਾ, ਕਰਕੇ ਗੁਣਾ ਪੁੱਟੀਏ ਨਾ ਕਦਮ ਕਾਲੀ ਦੇ, ਕਿਸੇ ਦੀ ਜ਼ਿੰਦਗੀ ਦਾ ਦੀਵਾ ਗੁੱਲ ਕਰਕੇ ਦੀਵੇ ਆਪਣੇ ਬਨੇਰਿਆਂ ਤੇ ਨਹੀਂ ਬਾਲੀ ਦੇ। ਕਿਸੇ ਦੀ ਜ਼ਿੰਦਗੀ ਦਾ ਦੀਵਾ ਗੁੱਲ ਕਰਕੇ ਦੀਵੇ ਆਪਣੇ ਬਨੇਰਿਆਂ ਤੇ ਨਹੀਂ ਬਾਲੀ ਦੇ। ਬਹੁਤ ਵਧੀਆ, ਸੱਚੀ ਸੌਂ ਲੱਗੇ ਅੱਜ। ਬਾਕੀ ਕਿਸੇ
ਗੀਤਕਾਰ ਨੂੰ ਕਿਸੇ ਲੇਖਕ ਨੂੰ ਮਿਲੇ ਆ, ਸਵਾਦ ਆ ਗਿਆ ਜ਼ਿੰਦਗੀ ਦਾ ਕਿਤੇ ਨਾ ਕਿਤੇ। ਮੈਨੂੰ ਲੱਗਦਾ ਸਾਡੀ ਜ਼ਿੰਦਗੀ ਵੀ ਸਫਲ ਹੁੰਦੀ ਨਜ਼ਰ ਆ ਰਹੀ ਹੈ। ਕੋਈ ਇਦਾਂ ਦੇ ਬੰਦੇ ਬਾਈ, ਵੈਸੇ ਤਾਂ ਮੇਰਾ ਆਖਰੀ ਸਵਾਲ ਹੋ ਗਿਆ ਸੀ ਪਰ ਅੱਜ ਜਮੀ ਲਾਸਟ ਟਾਈਮ ਮੈਨੂੰ ਪੁੱਛਣ ਨੂੰ ਰਹਿ ਨਹੀਂ ਰਿਹਾ, ਇੰਨੀ ਈਗੋ, ਇੰਨਾ ਮਾਣ, ਇੰਨਾ ਕੌਨਫੀਡੈਂਸ, ਇੰਨਾ ਜਿਹੜਾ ਕੁੱਟ-ਕੁੱਟ ਕੇ ਜਜ਼ਬਾ ਜਨੂਨ ਭਰਿਆ, ਇਹ ਕਿੱਥੋਂ ਆਉਂਦਾ ਇੰਨਾ? ਕਿਉਂਕਿ ਸਰਕਾਰ ਨੇ ਨੌਕਰੀ ਨਹੀਂ ਦਿੱਤੀ, ਪੜ੍ਹਾਈ ਲਿਖਾਈ ਇੰਨੀ ਕਰ ਲਈ, ਹਿੰਮਤ ਹੀ ਹਾਰ ਜਾਂਦਾ ਬੰਦਾ। ਗੱਲ ਇਹ ਆ ਨਾ, ਤੁਸੀਂ ਪੜ੍ਹੇ, ਤੁਹਾਨੂੰ ਮਾਂ ਪਿਓ ਨੇ ਪੜ੍ਹਾਇਆ, ਤੁਸੀਂ ਪੜ੍ਹੇ ਤੇ ਤੁਸੀਂ ਪੜ੍ਹ ਲਏ ਆਪਦੀ ਮਿਹਨਤ ਦੇ ਨਾਲ ਤੇ ਪੜ੍ਹ ਲਏ, ਇਸ ਤੋਂ ਬਾਅਦ ਤੁਹਾਨੂੰ ਨੌਕਰੀ ਨਹੀਂ ਦਿੱਤੀ। ਇਹਦੇ ਵਿੱਚ ਨਾ ਤੁਹਾਡਾ ਕਸੂਰ ਹੈ ਨਾ ਤੁਹਾਡੇ ਪਰਿਵਾਰ ਦਾ ਕਸੂਰ ਹੈ। ਤੇ ਇਸ ਤੋਂ ਬਾਅਦ ਜੇ ਅਸੀਂ ਹਾਰ ਕੇ ਕਿਸੇ ਕਮਰੇ ਦੇ ਵਿੱਚ ਬੰਦ ਹੋ ਕੇ ਬੈਠ ਜਾਈਏ, ਕੰਮ ਛੱਡ ਦਈਏ ਤੇ ਨਸ਼ਾ ਪੱਤਾ ਕਰ ਲਈਏ ਜਾਂ ਫਿਰ ਰੱਸਾ ਪਾ ਲਈਏ, ਫਿਰ ਉਹ ਸਾਡੇ ਲਈ ਕੋਈ ਬਾਹਲੀ ਵੱਡੀ ਗੱਲ ਨਹੀਂ। ਅਸੀਂ ਮਰ ਜਾਵਾਂਗੇ, ਸਾਡੇ ਮਾਂ ਪਿਓ, ਸਾਡੇ ਰਿਸ਼ਤੇਦਾਰ, ਜ਼ਿਆਦਾਤਰ ਤਾਂ ਮਾਂ ਪਿਓ ਨੂੰ ਹੁੰਦਾ, ਸਾਡੇ ਸਾਕ ਸੰਬੰਧੀ ਜਾਂ ਆਪਦੇ ਹੁੰਦੇ ਆ ਜਿਹੜੇ, ਉਹਨਾਂ ਨੂੰ ਅਸੀਂ ਜਿਉਂਦੇ ਮਾਰ ਜਾਂਦੇ। ਤੇ ਲਾਸਟ ਦੇ ਵਿੱਚ ਤੁਸੀਂ ਕਿਹਾ ਸੀ ਸਵਾਲ ਕਰਨਾ, ਕੀ ਕਹਿਣਾ ਚਾਹੁੰਦੇ ਲੋਕਾਂ ਨੂੰ, ਕੀ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ, ਜੇ ਇਹਨਾਂ ਨੂੰ ਮਤਲਬ ਯੋਗਤਾ ਦੇ ਹਿਸਾਬ ਨਾਲ ਸਾਨੂੰ ਨੌਕਰੀਆਂ ਦਿੱਤੀਆਂ ਜਾਣ, ਸਾਨੂੰ ਆਟਾ ਦਾਲ ਵਾਲੀ ਸਕੀਮ ਦੇ ਵਿੱਚ ਨਾ ਉਲਝਾਇਆ ਜਾਵੇ, ਅਸੀਂ ਭਿਖਾਰੀ ਨਹੀਂ ਬਣਨਾ। ਸਾਨੂੰ ਲਾਈਨਾਂ ਦੇ ਵਿੱਚ ਲੱਗ ਕੇ ਆਟਾ ਦਾਲ ਜਾਂ ਲੋਕਾਂ ਤੋਂ ਇਹ ਕਹਾਉਣ ਦਾ ਕੋਈ ਸ਼ੌਂਕ ਨਹੀਂ ਹੈਗਾ ਵੀ ਉਹਨਾਂ ਨੂੰ ਕਣਕ ਮਿਲਦੀ ਆ, ਫ੍ਰੀ ਦੀ ਮਿਲਦੀ ਆ, ਉਹ ਕੋਟੇ ਵਾਲੇ ਨੇ। ਕੋਟੇ ਵਾਲੇ ਕਹਿ ਕੇ ਜੀਭ ਅੰਦਰ ਵੜ ਜਾਂਦੀ ਆ, ਪਰ ਕਦੇ ਕੋਟੇ ਵਾਲਿਆਂ ਨੂੰ ਪੁੱਛਿਆ ਵੀ ਕਿਹੜੇ ਹਾਲਾਤਾਂ ਦੇ ਵਿੱਚ ਉਹ ਪੜ੍ਹੇ ਨੇ ਤੇ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਉਹ ਖੜੇ ਨੇ। ਕਦੇ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਆਟਾ ਦਾਲ ਦੀ ਸਕੀਮ ਦੇ ਵਿੱਚ ਲਾ ਕੇ ਭਿਖਾਰੀ ਬਣਾਇਆ ਜਾਵੇ, ਸਾਨੂੰ ਰੁਜ਼ਗਾਰ ਦਿੱਤਾ ਜਾਵੇ, ਅਸੀਂ ਆਪਦਾ ਹਿੱਕ ਤਾਣ ਕੇ ਆਪਦਾ ਰਾਸ਼ਨ ਲਈਏ, ਹਿੱਕ ਤਾਣ ਕੇ ਅਸੀਂ ਜ਼ਿੰਦਗੀ ਬਤੀਤ ਕਰੀਏ। ਅਸੀਂ ਕਿਸੇ ਦੀ ਚਾਪਲੂਸੀਆਂ ਕਰਕੇ ਨਹੀਂ ਜ਼ਿੰਦਗੀ ਜਿਉਣੀ, ਨਾ ਕਿਸੇ ਦੇ ਅਸੀਂ ਤਲੇ ਚੱਟ ਕੇ ਜਿਉਣੇ, ਨਾ ਸਾਨੂੰ ਭਿਖਾਰੀ ਬਣਨ ਦੀ ਲੋੜ ਹੈ। ਸਾਨੂੰ ਬਣਦਾ ਰੁਜ਼ਗਾਰ ਦਿੱਤਾ ਜਾਵੇ, ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਦਿੱਤਾ ਜਾਵੇ, ਜਿੰਨੀ ਕਿ ਸਾਡੀ ਯੋਗਤਾ। ਕਿਸੇ ਦੀ ਵੀ ਇਕੱਲਾ ਮੱਖਣ ਨਹੀਂ, ਕੋਈ ਇਕੱਲਾ ਮੱਖਣ ਨਹੀਂ ਵੀ ਕੈਟਾਗਰੀ 'ਚ ਆਉਂਦਾ, ਬਹੁਤ ਨੇ ਜਿਹੜੇ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਖੇਤੀਬਾੜੀ ਜ਼ਮੀਨਾਂ ਘੱਟ ਨੇ, ਉਹਨਾਂ ਦੇ ਬਹੁਤ ਮੱਖਣ ਨੇ ਜਿਹੜੇ ਅੱਜ ਕੱਲ੍ਹ ਸੜਕਾਂ 'ਤੇ ਰੋਲੇ ਫਿਰਦੇ ਆ, ਧੱਕੇ ਮੁੱਕੇ ਖਾਂਦੇ ਆ, ਦਿਹਾੜੀਆਂ ਕਰਦੇ ਆ। ਅਸੀਂ ਕਿਰਤੀ ਲੋਕ ਆ ਜਿਹੜੇ, ਅਸੀਂ ਤਾਂ ਕਰਦੇ ਮਤਲਬ ਜਿਨ੍ਹਾਂ ਨੇ ਕਦੇ ਦਿਹਾੜੀ ਜਿਹਨਾਂ ਦੇ ਮਾਂ ਪਿਓ ਨੇ ਵੀ ਨਹੀਂ ਕੀਤੀ ਸੀ, ਉਹਨਾਂ ਨੂੰ ਵੀ ਮਤਲਬ ਪੜ੍ਹ ਲਿਖ ਕੇ ਜਿਹੜੇ ਅੱਜ ਕੱਲ੍ਹ ਦਿਹਾੜੀਆਂ ਕਰਨਾ ਪੈ ਰਿਹਾ। ਦੂਜੀ ਗੱਲ ਆ ਮੇਰੀ, ਮੈਂ ਸੰਦੇਸ਼ ਦੇਣ ਵਾਲਾ ਜਾਂ ਮੈਸੇਜ ਦੇਣ ਵਾਲਾ, ਕਿਸੇ ਨੂੰ ਸਲਾਹ ਦੇਣ ਵਾਲਾ ਕੋਈ ਨਹੀਂ ਹੈਗਾ। ਮੇਰੀ ਜਿਹੜੇ ਸਾਡੇ ਨੌਜਵਾਨ ਸਾਥੀ ਨੇ, ਮੈਥੋਂ ਵੱਡੇ ਨੇ ਜਾਂ ਛੋਟੇ ਨੇ, ਮੈਂ ਇੱਕ ਨਿਮਾਣਾ ਜਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਪੜ੍ਹੇ, ਸਾਡੇ ਮਾਂ ਪਿਓ ਨੇ ਪੜ੍ਹਾਇਆ ਤੇ ਨੌਕਰੀ ਸਾਨੂੰ ਸਰਕਾਰ ਨੇ ਨਹੀਂ ਦਿੱਤੀ। ਕਦੇ ਵੀ ਅਜਿਹਾ ਕਦਮ ਨਾ ਚੱਕੋ ਕਿ ਸਾਡੇ ਮਰ ਜਾਣ ਤੋਂ ਸਾਡੇ ਮਾਂ ਪਿਓ ਸਾਕ ਸੰਬੰਧੀ ਨੇ ਜਿਹੜੇ ਉਹ ਜਿਉਂਦੇ ਮਰ ਜਾਣ। ਸਾਨੂੰ ਜਿਨ੍ਹਾਂ ਨੇ ਪੜ੍ਹਾਇਆ ਉਹਨਾਂ ਨੂੰ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਨੇ ਸਾਡੇ ਤੋਂ। ਤੁਸੀਂ ਨਹੀਂ ਨੌਕਰੀ ਮਿਲੀ, ਉਹਨਾਂ ਦੇ ਸਾਹਮਣੇ ਹੱਸ ਕੇ ਟਾਈਮ ਪਾਸ ਕਰੋ, ਉਹਨਾਂ ਦੇ ਨਾਲ ਹੱਥ ਵਟਾਓ ਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨਸ਼ੇ ਪੱਤੇ ਵਿੱਚ ਨਾ ਲੱਗੋ। ਆ ਜਿਹੜਾ ਰੱਸਾ ਚੱਕਣ ਦੀ ਆਦਤ ਇਹਨੂੰ ਛੱਡ ਦਿਓ, ਸਲਫਾਸ ਖਾਣੀ ਜਾਂ ਪੀਣੀ ਇਹਦਾ ਫਾਹਾ ਵੜ ਦਿਓ। ਤੁਸੀਂ ਮਤਲਬ ਇੱਕ ਅਜਿਹਾ ਇਨਸਾਨ ਬਣ ਕੇ, ਮਿਸਾਲ ਬਣ ਕੇ ਜਿਉਂ ਕਿ ਜੇ ਨਹੀਂ ਨੌਕਰੀ ਮਿਲੀ, ਸਾਨੂੰ ਬੋਲਣ ਦੀ ਅਕਲ, ਸਾਨੂੰ ਲਿਆਕਤ ਦੀ ਅਕਲ, ਸਾਨੂੰ ਰਹਿਣ ਸਹਿਣ ਦੀ ਅਕਲ ਤੇ ਕਿਸੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਲਿਆਕਤ ਤੇ ਅਕਲ ਤਾਂ ਆਈ ਹੈ। ਜ਼ਰੂਰੀ ਨਹੀਂ ਕਿ ਪੜ੍ਹ ਲਿਖ ਕੇ ਸਾਨੂੰ ਨੌਕਰੀ ਹੀ ਚਾਹੀਦੀ ਹੈ। ਨੌਕਰੀ ਨਾ ਮਿਲੀ ਤਾਂ ਸਾਨੂੰ ਜਿਉਣ ਦਾ ਤਰੀਕਾ ਤੇ ਬੋਲਣ ਦਾ ਤਰੀਕਾ ਤੇ ਇੱਕ ਦੂਜੇ ਨਾਲ ਹਿੱਕ ਠੋਕ ਕੇ ਗੱਲ ਕਰਨ ਦਾ ਤਰੀਕਾ ਤਾਂ ਪਤਾ ਲੱਗਦਾ। ਹੱਥ ਬੰਨ੍ਹ ਕੇ ਦੁਬਾਰਾ ਬੇਨਤੀ ਹੈ ਨੌਜਵਾਨਾਂ ਨੂੰ ਵੀ ਆਪਣਾ ਗਲਤ ਕਦਮ ਨਾ ਚੁੱਕੋ। ਸਾਨੂੰ ਰੁਜ਼ਗਾਰ ਨਹੀਂ ਮਿਲਿਆ, ਕੋਈ ਗੱਲ ਨਹੀਂ, ਅਸੀਂ ਹਿੱਕ ਥਾਪੜ ਕੇ, ਹਿੱਕ ਤਾਣ ਕੇ ਜਿਉਈਏ, ਨਾ ਕਿ ਅਸੀਂ ਫਾਹਾ ਲੈ ਕੇ ਕਿਸੇ ਰੱਸੇ ਤੇ ਲੰਮ ਕੇ ਜੇ ਸਵੇਰ ਨੂੰ ਮਾਂ ਪਿਓ ਜਿਉਂਦੇ ਮਰ ਜਾਣ। ਕੀ ਬਾਤ ਹੈ ਬਾਈ, ਸ਼ੇਰੋਂ ਵਾਲਿਆ ਦਿਲ ਖੁਸ਼ ਕਰਤਾ ਤਾਂ ਬਾਈ। ਕੀ ਬਾਤ ਇੰਟਰਵਿਊ ਰਹੀ ਹੈ ਯਾਰ ਮੇਰੀ ਅੱਜ, ਮੈਂ ਕਹਿੰਦਾ ਵੀ ਬਹੁਤ ਖਾਸ ਰਹੀ ਹੈ ਮੇਰੇ ਵਾਸਤੇ। ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਬਾਈ ਬਹੁਤ ਜ਼ਿਆਦਾ ਐਜੂਕੇਟਡ ਨੇ। ਸੋ ਇਦਾਂ ਦੇ ਪਰਸਨ ਨਾਲ, ਇਦਾਂ ਦੀ ਕਦੇ ਰੂਹ ਰੱਬੀ ਨਾਲ ਮਿਲਦੇ ਆ ਤਾਂ ਬਹੁਤ ਵਧੀਆ ਲੱਗਦਾ ਬਾਈ। ਧੰਨਵਾਦ ਤੁਹਾਡਾ, ਆਪਦੇ ਕੀਮਤੀ ਸਮੇਂ 'ਚ ਸਾਨੂੰ ਸਮਾਂ ਕੱਢ ਕੇ ਦਿੱਤਾ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ, ਥੈਂਕ ਯੂ। ਸੋ ਦੋਸਤੋ, ਇਹ ਸੀ ਬਾਈ ਮੱਖਣ ਸ਼ੇਰੋਂ ਵਾਲਾ। ਬੜਾ ਜਿਹੜਾ ਤਰੀਕਾ ਸੀ ਬਾਈ ਦਾ ਇੱਕ ਗੱਲ ਕਰਨ ਦਾ, ਹਰ ਇੱਕ ਚੀਜ਼ ਸਿਖਾਈ ਹੈ ਬਾਈ ਨੇ। ਵਾਕਈ ਗੱਲ ਸੱਚੀ, ਨੌਕਰੀਆਂ ਨਹੀਂ ਮਿਲਿਆ, ਆਪਾਂ ਇੰਨੇ ਪੜ੍ਹੇ ਲਿਖੇ ਹੈਗੇ ਕਿ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਹੈ, ਚਾਰ ਬੰਦਿਆਂ 'ਚ ਬੈਠਣ ਦਾ ਤਰੀਕਾ, ਪਹਿਨਣ ਦਾ ਤਰੀਕਾ ਹੈਗਾ, ਉਹ ਚੀਜ਼ਾਂ ਵੀ ਸਾਨੂੰ ਸਾਡੀ ਪਰਸਨੈਲਿਟੀ ਬਣਾਉਂਦੀਆਂ ਨੇ। ਇਹ ਜ਼ਰੂਰੀ ਨਹੀਂ ਕਿ ਪੜ੍ਹ ਲਿਖ ਕੇ ਨੌਕਰੀ, ਹੋਰ ਬਹੁਤ ਸਾਰੇ ਕੰਮ ਕਾਜ ਨੇ, ਮਿਲਣੇ ਚਾਹੀਦੇ ਨੇ, ਸੰਘਰਸ਼ ਲੜਨੇ ਚਾਹੀਦੇ ਨੇ, ਹਮੇਸ਼ਾ ਸਲਫਾਸ ਜਾਂ ਰੱਸੇ ਚੱਕਣੇ, ਜਿਵੇਂ ਬਾਈ ਮੱਖਣ ਕਹਿ ਕੇ ਗਿਆ ਨਾ, ਬਹੁਤ ਚੰਗੀਆਂ ਗੱਲਾਂ ਕਹਿ ਕੇ ਗਿਆ। ਇੱਦਾਂ ਦੀ ਹੋਰ ਅਪਡੇਟ ਵੀ ਦਿੰਦੇ ਰਹਾਂਗੇ, ਜੁੜੇ ਰਹੋ ਚਸਕਾ ਟੀਵੀ ਦੇ ਨਾਲ।